Gentlemen, my name is Gary Singh Grewal from NRA Press Club and NRA Press News Media from Los Angeles, California. Welcome to all our guests and participants for today's hot topic on January 30th, 2022. Our today's hot topic is Punjab has serious issues, but parties are happy to keep political pot boiling. 90% NRIs believe that after 2022 election, Punjab will be prosperous state, maybe due to Chetna, Peshawar Singh ji ਕਹਿੰਦੇ ਰਹਿੰਦੇ ਹਮੇਸ਼ਾ ਹੀ. Colorful political personalities have their own charisma, only vote bank. That's all, they do it. Okay. ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਾਵਾਂਗਾ ਇੱਕ ਯੰਗ ਵੈਰੀ ਪ੍ਰੋਫੈਸ਼ਨਲ ਮਾਸਟਰ ਡਿਗਰੀ ਫਰੋਮ ਲੰਡਨ, a shining politician from ਸਮਰਾਲਾ ਪੰਜਾਬ, ਪਰਮਜੀਤ ਸਿੰਘ ਢਿੱਲਨ। ਢਿੱਲਨ ਜੀ MLA 2022 ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਫਰੋਮ ਸਮਰਾਲਾ। ਪਾਰਟੀ ਕੋਈ ਵੀ ਹੋਵੇ, ਸਾਨੂੰ ਯੰਗ ਤੇ ਐਜੂਕੇਟ IT ਡਿਜ਼ਾਈਨ ਔਰ MBA ਔਰ ਪੋਲੀਟੀਸ਼ੀਅਨ ਦੀ ਲੋੜ ਹੈਗੀ ਆ ਫਿਊਚਰ ਵਾਸਤੇ। ਪਰਮਜੀਤ ਢਿੱਲਨ ਜੀ, I request you introduce yourself. 2-3 ਮਿੰਟ ਲਈ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰੋ ਤਾਂ ਕਿ everybody come to know that. After that, Peshawar Singh ji will be continue this program. ਪਰਮਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। Go ahead. ਮੈਂ ਜੀ ਆਪਣੇ ਬਾਰੇ ਦੱਸਣਾ ਚਾਹੁੰਦਾ। ਪਹਿਲਾਂ ਮੈਂ ਜਿਹੜੀ ਗ੍ਰੈਜੂਏਸ਼ਨ ਆ ਉਹ IT ਦੇ ਵਿੱਚ ਕੀਤੀ ਸੀ ਜਲੰਧਰ ਤੋਂ ਜੀ, ਲੰਡਨ for 3 years। ਉੱਥੋਂ ਮੈਂ ਮਾਸਟਰ ਡਿਗਰੀ ਕਰਕੇ then I came back to ਸਮਰਾਲਾ ਇੱਥੇ, ਕਿਉਂਕਿ ਬਿਕੋਜ਼ ਮੇਰਾ ਹੋਮ ਟਾਊਨ ਸਮਰਾਲਾ ਸੀ। ਉਸ ਤੋਂ ਬਾਅਦ ਇੱਥੇ ਆ ਕੇ I started to NGOs, ਉਹਦੇ ਵਿੱਚ ਫਿਰ ਮੈਂ ਵਰਕ ਕਰਦਾ ਰਿਹਾ ਤੇ I've been here from last 13 years। ਤੇ ਹੁਣ ਟੱਚਵੁੱਡ ਪਾਰਟੀ ਨੇ ਵੀ ਰਿਕੋਗਨਾਈਜ਼ ਕੀਤਾ ਤੇ ਮੈਨੂੰ ਇੱਥੋਂ ਆਪਸ਼ਨ ਦਿੱਤੀ ਆ। ਤੋ I am working hard ਕਿ ਮੈਂ ਆਪਣੇ ਏਰੀਆ ਦੇ ਲੋਕਾਂ ਦੇ ਜਿਹੜੇ ਮਸਲੇ ਨੇ, ਜੈਨੂਅਨਲੀ ਗੱਲ ਇਹ ਹੁੰਦੀ ਆ ਵੀ ਹੁਣ ਤੱਕ ਗੱਲਾਂ ਕਾਫੀ ਹੋਈਆਂ ਨੇ, ਗਲੀਆਂ ਨਾਲੀਆਂ ਤੱਕ ਇਕੱਲੀ ਸਿਆਸਤ ਚੱਲੀ ਹੈ, ਤਾਂ ਐਕਸਟਰਾ ਕੁਝ ਕਰਨ ਦੀ ਲੋੜ ਆ। ਸਾਡੇ ਯੂਥ ਨੂੰ ਜੁੜਨ ਦੀ ਲੋੜ ਆ। ਸਾਡੇ ਜਿਹੜਾ ਯੂਥ ਬ੍ਰੇਨ ਹੋ ਰਹੀ ਆ ਉਹਨੂੰ ਰੋਕਣ ਦੀ ਲੋੜ ਆ, ਬਿਕੋਜ਼ ਸਾਡੇ ਜਿਹੜੇ ਬੈਸਟ ਬ੍ਰੇਨਸ ਨੇ ਉਹ ਇੱਥੋਂ ਜਾ ਰਹੇ ਨੇ ਤੇ ਇੱਥੇ ਉਹਨਾਂ ਨੂੰ ਓਪਰਚੁਨਿਟੀਆਂ ਪ੍ਰੋਵਾਈਡ ਕਰਨ ਦੀ ਲੋੜ। ਇਸੇ ਲਈ ਮੈਂ ਵਰਕ ਕਰ ਰਿਹਾ। ਤੇ ਮੈਂ ਦੇਖੋ ਮੇਨ ਇਹ ਹੁੰਦਾ ਜੀ, ਮੈਂ ਜਿਹੜਾ ਮੇਰਾ ਮੋਟਿਵ ਆ, ਮੈਂ ਇਹ ਕਹਿ ਰਿਹਾ ਲੋਕਾਂ ਨੂੰ ਵੀ ਮੈਂ ਐਕਸਟਰਾ ਕੁਝ ਨਹੀਂ ਕਰਨਾ ਚਾਹੁੰਦਾ। ਮੈਂ ਇਹ ਚਾਹੁੰਦਾ ਵੀ ਜੋ ਐਕਚੁਅਲੀ ਗਵਰਨਮੈਂਟ ਉਹਨੂੰ ਫੈਸਿਲਿਟੀ ਦਿੰਦੀ ਆ, ਵਿਦਆਊਟ ਉਹਨੂੰ ਕਹਿ ਲਓ ਵੀ ਸਿਆਸੀ ਹੋਣ ਦੀ ਬਜਾਏ ਉਹਨਾਂ ਨੂੰ ਫੈਸਿਲਿਟੀਜ਼ ਉਹਨਾਂ ਦੇ ਘਰ ਤੱਕ ਪਹੁੰਚਾਈਆਂ ਜਾਣ, ਰਿਗਾਰਡਲੈਸ ਉਹ ਕਿਹੜੀ ਪਾਰਟੀ ਦੇ ਨੇ। ਵਾਂਸ ਯੂ ਵਿਨ ਇਟ, ਤੁਹਾਡੀ ਰਿਸਪੌਂਸਿਬਿਲਿਟੀ ਆ ਕਿ ਤੁਸੀਂ ਸਾਰਿਆਂ ਨੂੰ ਵਿਦਆਊਟ ਐਨੀ ਇੰਟਰਫੇਰੈਂਸ ਕਿ ਇਹਨੇ ਮੈਨੂੰ ਵੋਟ ਪਾਈ ਨਹੀਂ ਪਾਈ। ਤੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਜੀ, 90% ਜਿਹੜੀ ਸਾਡੀ ਪੋਪੂਲੇਸ਼ਨ ਆ, ਉਹਨਾਂ ਨੂੰ ਥਾਣੇ ਕਚਹਿਰੀਆਂ ਤਹਿਸੀਲਾਂ ਦੇ ਵਿੱਚ ਜਦੋਂ ਜਾਣਾ ਪੈਂਦਾ, ਉੱਥੇ ਜਾ ਕੇ ਬੜਾ ਖੱਜਲ ਖੁਆਰੀ ਹੁੰਦੀ ਆ ਤੇ ਉਹ ਤੋਂ ਅਨੋਇਡ ਬੜੇ ਨੇ। ਤੇ ਮੈਟਰ ਕੋਈ ਏਡਾ ਵੱਡਾ ਵੀ ਹੈ ਨਹੀਂਗਾ ਜੇ ਤੁਹਾਡਾ, ਬਿਕੋਜ਼ ਯੂ ਆਰ ਦ ਵੌਇਸ ਆਫ ਦ ਪੀਪਲ। All you got to do is ਕਿ ਆਫਿਸਿਸ ਦੀ ਲੋਕਲ ਦੀ ਵਰਕਿੰਗ ਨੂੰ ਜੇ ਤੁਸੀਂ ਸਹੀ ਕਰ ਦੋ, I don't think ਲੋਕ ਆਪਣੀ ਮਿਹਨਤ ਕਰਕੇ ਆਪ ਖਾ ਪੀ ਰਹੇ ਨੇ, ਆਪਣਾ ਕੋਈ ਏਡੀ ਚੱਕਰ ਨਹੀਂ ਹੈਗਾ। ਉਹਨਾਂ ਨੂੰ ਸਿਰਫ ਇਹ ਆ ਵੀ ਗਵਰਨਮੈਂਟ ਫੈਸਿਲਿਟੇਟ ਕਰੇ ਤੇ ਹਰਾਸਮੈਂਟ ਤੋਂ ਬਚਾਉਣਾ। ਇਹੀ ਮੇਰਾ ਪਹਿਲਾਂ ਤਾਂ ਮੈਂ ਏਮ ਰੱਖਿਆ ਵੀ ਫਸਟ 1 year ਮੈਂ ਫੁੱਲ ਇਹ ਐਫਰਟ ਲਾਉਣਾ ਵੀ ਜੋ ਗਵਰਨਮੈਂਟ ਸਾਨੂੰ ਦੇ ਰਹੀ ਆ, ਰਿਗਾਰਡਲੈਸ ਆਫ ਯੂਰ ਪੋਲੀਟੀਕਲ ਪਾਰਟੀ, ਰਿਗਾਰਡਲੈਸ ਵੈਦਰ ਯੂ ਵੋਟਡ ਔਰ ਨਾਟ, ਤੁਹਾਨੂੰ ਮਿਲਣਾ ਚਾਹੀਦਾ। ਇਹ ਬਾਰ-ਬਾਰ ਜਿਹੜਾ ਸੀ ਨਾ ਫਾਰਮ ਭਰਾਉਣ ਦੀ ਰਾਜਨੀਤੀ ਪੰਜਾਬ ਚੱਲਦੀ ਆ ਵੀ ਹਾਂਜੀ ਪੈਨਸ਼ਨ ਲੱਗਣੀ ਆ, ਵੀ ਨੋ ਕਿਹਦੀ ਵੋਟ ਆ, ਵੀ ਨੋ ਦੇਅਰ ਏਜ। ਤੇ ਫਿਰ ਕਿਉਂ ਹੁੰਦਾ ਵੀ ਜਦੋਂ ਉਹਨਾਂ ਦੀ ਏਜ ਹੋ ਜਾਂਦੀ ਅਸੀਂ 4-4 ਵਾਰ ਉਹਨਾਂ ਤੋਂ ਫਾਰਮ ਭਰਾਉਂਦੇ ਆ ਵੀ ਤੁਹਾਡੀ ਜੀ ਪੈਨਸ਼ਨ ਲਾਉਣੀ ਆ, ਬਾਰ-ਬਾਰ ਪਟਵਾਰੀ ਤੋਂ ਸਾਈਨ ਕਰਾ ਲਾ, ਸਰਪੰਚ ਤੋਂ ਕਰਾ ਲਾ। ਇਹ ਸਾਰਾ ਆਪਾਂ ਨੂੰ ਕੱਢਣਾ ਚਾਹੀਦਾ ਜੀ, ਬਿਕੋਜ਼ ਜਦੋਂ ਕੋਈ ਇਲੈਕਟ ਹੁੰਦਾ ਉਹਨੂੰ ਇੱਕ ਇਫ ਯੂ ਥਿੰਕ ਅਬਾਊਟ ਇਟ, ਉਹਨੂੰ ਸੈਲਰੀ ਲੱਗਦੀ ਆ। ਉਹਦਾ ਮਤਲਬ ਇਹੀ ਆ ਵੀ ਯੂ ਗੋਟ ਟੂ ਵਰਕ ਫॉर ਦ ਪੀਪਲ। ਜਿਹੜੇ ਤੁਹਾਨੂੰ ਸੈਲਰੀ ਦੇ ਰਹੇ ਨੇ, ਜਿਹੜੇ ਕਰਕੇ ਮਿਲ ਰਹੀ ਆ, ਯੂ ਗੋਟ ਟੂ ਵਰਕ ਫॉर them। ਉਹਨਾਂ ਨੂੰ ਖੁਸ਼ ਰੱਖਣਾ ਤੁਹਾਡਾ ਜ਼ਿੰਮੇਵਾਰੀ ਬਣਦੀ ਆ, ਨਾ ਕਿ ਤੁਸੀਂ ਆਪਣੇ ਨਾਲ ਜ਼ਿਆਦਾ ਕੀ ਹੋ ਗਿਆ ਪੰਜਾਬ ਦੇ ਵਿੱਚ। ਮੈਂ ਫੀਲ ਕੀਤਾ ਵੀ ਲੋਕਾਂ ਨੂੰ ਇਹ ਲੱਗਦਾ ਵੀ ਜਿਹੜਾ ਸਿਆਸਤਦਾਨ ਵਿਆਹਾਂ ਭੋਗਾਂ ਤੇ ਜਾਂਦਾ ਬਸ ਉਹ ਸਿਆਸਤ ਆ। ਦੇ ਡੋਨਟ ਨੋ ਦੇ ਵਰਕ। ਉਹਨਾਂ ਨੂੰ ਇਹ ਨਹੀਂ ਪਤਾ ਵੀ ਗਰਾਊਂਡ ਤੇ ਕੀ ਕਰਨ ਦੀ ਲੋੜ ਆ ਸਾਨੂੰ। ਬਿਲਕੁਲ ਠੀਕ। ਹਾਂਜੀ, ਓਕੇ ਥੈਂਕ ਯੂ ਜੀ। ਮੈਂ ਤੁਹਾਡੇ ਵਾਪਸ ਆ ਰਿਹਾ ਹੈਗਾ। ਪਸ਼ੌਰਾ ਸਿੰਘ ਜੀ ਆਪਣਾ ਜੋ ਐਕਚੁਅਲੀ ਟੌਪਿਕ ਆ ਉਹ ਨਾਲ ਸਟਾਰਟ ਕਰ ਦਿਓ, ਕੰਟੀਨਿਊ ਟੂ ਹੈਲਪ ਇਟ। ਦੈਨ ਇਜ਼ ਪਸ਼ੌਰਾ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਰਦਾਰ ਪਰਮਜੀਤ ਸਿੰਘ ਜੀ। ਪਹਿਲਾਂ ਤਾਂ ਇਸ ਤਰ੍ਹਾਂ ਹੈ ਕਿ ਜਦੋਂ ਵੀ ਇਸ ਪੈਨਲ ਤੇ ਅਸੀਂ ਕੋਈ ਕੈਂਡੀਡੇਟ ਨੂੰ ਦਾਅਵਤ ਦਿੰਦੇ ਆਉਂਦੇ ਨੇ ਤੇ ਉਹਨਾਂ ਦਾ ਧੰਨਵਾਦ ਦੇ ਨਾਲ ਉਹਨਾਂ ਨੂੰ ਸ਼ੁਭ ਇੱਛਾਵਾਂ ਵੀ ਉਹਨਾਂ ਦੀ ਕਾਮਯਾਬੀ ਦੀਆਂ ਇੱਥੋਂ ਅਸੀਂ ਕਰਦੇ ਹਾਂ। ਤੇ ਹੁਣ ਜਦੋਂ ਤੁਸੀਂ ਤੁਹਾਡੇ ਲਈ ਸਪੈਸ਼ਲ ਪ੍ਰੋਗਰਾਮ ਜਿਹੜਾ ਉਹ ਤਾਂ 10 ਤਾਰੀਖ ਤੋਂ ਬਾਅਦ ਕਰਾਂਗੇ,
ਜਦੋਂ ਵੀ ਜੀ ਜੋ ਵੀ ਹੁੰਦਾ ਹੈ ਉਦੋਂ। ਤੇ ਅੱਜ ਤੁਹਾਨੂੰ ਅਸੀਂ ਜਿਸ ਤਰ੍ਹਾਂ ਸਾਡੇ ਚੱਲਦੇ ਟੌਪਿਕ ਹੈ, ਕਰੰਟ ਟੌਪਿਕ ਜਿਸ ਤਰ੍ਹਾਂ ਆਲਰੇਡੀ ਫਿਕਸ ਹੋਇਆ ਸੀ, ਉਹਦੇ ਵਿੱਚ ਤੁਹਾਡੀ ਸ਼ਮੂਲੀਅਤ ਜਿਹੜੀ ਆ ਉਹ ਹੋ ਰਹੀ ਆ। ਔਰ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਜਿਹੜੇ ਚਾਲੂ ਟੌਪਿਕ ਦੇ ਵਿੱਚ ਮੁੱਦੇ ਨੇ, ਜਿਸ ਤਰ੍ਹਾਂ ਸਾਡੇ ਪੈਨਲ ਦੇ ਆਪੋ ਆਪਣੇ ਮੈਂਬਰਸ ਦੇ ਵਿਊਜ਼ ਨੇ, ਤੁਹਾਡੇ ਵਿਊਜ਼ ਵੀ ਜਿਹੜੇ ਉਹ ਨਾਲ ਲੈ ਜਾਣ। ਤੇ ਇਹ ਟੌਪਿਕ ਜੇ ਤੁਸੀਂ ਦੇਖਿਆ ਪੜ੍ਹਿਆ ਹੈ ਤੇ ਇਹਦੇ 4 ਮੇਨ, ਇਹਨੂੰ ਤੁਸੀਂ 4 ਹਿੱਸਿਆਂ 'ਚ ਵੰਡ ਸਕਦੇ ਜੇ। ਤੇ ਚਾਹਾਂ ਤੇ ਮੈਂ ਸੋਚਦਾ ਹਾਂ ਕਿ ਮੈਂ ਚਾਹਾਂ ਦੇ ਚਾਰੇ ਮੈਂ ਇੱਕ ਵਾਰ ਪੜ੍ਹ ਦੇਣਾ, ਪਰ ਉਸ ਤੋਂ ਬਾਅਦ ਕੱਲਾ ਕਰਕੇ ਆਪਾਂ ਸਾਰੇ ਜਾਣੇ ਉਹਦੇ ਤੇ 1-2 ਮਿੰਟ ਆਪੋ ਆਪਣੇ ਵਿਚਾਰ ਦਈਏ, ਔਰ ਤੁਸੀਂ ਉਹਦੇ ਤੇ ਆਪਣੇ ਵਿਚਾਰ ਜਿਹੜੇ ਖੁੱਲ ਕੇ ਦਿਓ। ਪਹਿਲਾ ਟੌਪਿਕ ਜਿਹੜਾ ਗੈਰੀ ਗਰੇਵਾਲ ਸਾਡੇ ਜਿਹੜੇ ਨੇ ਇਹ ਟੌਪਿਕ ਲੈ ਕੇ ਆਉਂਦੇ ਨੇ ਆਮ ਤੌਰ ਤੇ, ਜਾਂ ਜੇ ਕੋਈ ਵੀ ਆਵੇ ਤੇ ਉਹਨੂੰ ਇਹ ਪਹਿਲੋਂ ਉਹ ਕਰਦੇ ਨੇ ਤੇ ਇਹ ਉਹਨੂੰ ਸਿੱਧਾ ਕਰਕੇ ਰੱਖਦੇ ਨੇ ਵਿੱਚ। ਪਹਿਲਾ ਤਾਂ ਹੈਗਾ ਕਿ ਇਲੈਕਸ਼ਨ ਦੇ ਟਾਈਮ ਤੇ ਜਿਵੇਂ ਨਵਜੋਤ ਸਿੱਧੂ ਨੂੰ ਟਾਰਗੇਟ ਕੀਤਾ ਗਿਆ ਇਹ ਡੇ ਆਫਟਰ ਰਾਹੁਲ ਗਾਂਧੀ ਵਿਜ਼ਿਟ, ਤੇ ਉਹਦੇ ਬਾਰੇ ਮੈਂਬਰ ਜਿਹੜੇ ਆ ਉਹ ਕੀ ਸੋਚਦੇ ਆ ਕਿ ਕਿਵੇਂ ਜਿਹੜਾ ਉਹਦੀ ਟਾਈਮਿੰਗ ਜਿਹੜੀ ਆ ਉਹਦਾ ਕੀ ਇਹ ਪੋਲਿਟਿਕਸ ਤੋਂ ਪ੍ਰਭਾਵਿਤ ਆ ਕਿ ਇਹ ਕਿਵੇਂ ਮਤਲਬ ਇਸ ਤਰ੍ਹਾਂ ਹੋਇਆ ਕਿ ਇਸ ਟਾਈਮ ਤੇ ਜਿਹੜੀ ਉਹਦੀ ਟਾਈਮਿੰਗ ਜਿਹੜੀ ਉਹ ਕੀ ਹੈ। ਕਹਾਣੀ ਤੇ ਬੜੀ ਜਿਹੜੀ ਆ ਉਹ ਹਰਦੇ ਵੇਦਕ ਆ, ਲੇਕਿਨ ਉਹਦੀ ਟਾਈਮਿੰਗ ਬਾਰੇ ਜਿਹੜਾ ਉਹ ਕੀ ਆਪੋ ਆਪਣੇ ਖਿਆਲ ਨੇ। ਦੂਸਰਾ ਜਿਹੜਾ ਉਹ ਹੈਗਾ ਕਿ ਜਿਹੜੇ ਚੀਫ ਮਿਨਿਸਟਰ ਚੰਨੀ ਦੇ ਭਣੇਵੇਂ ਕਿ ਉਹ ਭਾਂਜਾ ਕਿ ਭਤੀਜਾ ਭੁਪਿੰਦਰ ਸਿੰਘ, ਉਹਦੇ ਤੇ ਜਿਹੜਾ ਰੇਡ ਹੋਇਆ ਔਰ ਉਹਦੇ ਤੇ 10-11 ਕਰੋੜ ਦੀ ਜਿਹੜੀ ਰਾਸ਼ੀ ਫੜੀ ਗਈ ਆ, ਉਹਦੇ ਬਾਰੇ ਚਰਚਾ ਹੋਵੇਗੀ। ਤੀਸਰਾ ਜਿਹੜਾ ਹੈਗਾ ਕਿ ਆਮ ਤੌਰ ਤੇ ਜਿਹੜੇ ਕੌਨਫੀਡੈਂਟ ਲੀਡਰ ਨੇ ਉਹ ਆਪੋ ਆਪਣੀ ਸੀਟ ਤੋਂ ਜਿਹੜਾ ਉਹ ਲੜਦੇ ਨੇ ਔਰ ਉਹ ਉਹਨਾਂ ਲੋਕਾਂ ਦਾ ਧਿਆਨ ਰੱਖਦੇ ਨੇ ਔਰ ਉੱਥੇ ਕਨਵਰਸਨ ਕਰਦੇ ਨੇ। ਤੇ ਮਜੀਠੀਆ ਸਾਹਿਬ ਜਿਹੜੇ ਆ ਉਹ ਨਾਲ ਦੇ ਹਲਕੇ ਤੋਂ ਵੀ ਜਿਹੜਾ ਉੱਥੇ ਵੀ ਉਹ ਅੰਮ੍ਰਿਤਸਰ ਤੋਂ ਹੀ ਆ ਕੇ ਉਹਨਾਂ ਨੇ ਆਪਣੇ ਕਾਗਜ਼ ਭਰੇ ਨੇ। ਉਹਦੇ ਬਾਰੇ ਜਿਹੜੇ ਆ ਉਹ ਸਾਰੇ ਮੈਂਬਰਸ ਦੇ ਕੀ ਖਿਆਲ ਨੇ ਕਿ ਇਹ ਚੰਗੀ ਗੱਲ ਆ ਕਿ ਵੇਅਰ ਇਜ਼ ਦਿਸ ਟੇਕਿੰਗ ਅਸ। ਤੇ ਚੌਥਾ ਪੁਆਇੰਟ ਜਿਹੜਾ ਉਹ ਇਹ ਹੈ ਕਿ ਜਦੋਂ ਸਾਰੇ ਹੁਣ ਮਤਲਬ ਇਹ ਦੇਖ ਰਹੇ ਨੇ ਕਿ ਕਾਂਗਰਸ ਵਾਲੇ ਜਿਹੜੇ ਆ ਉਹ ਆਪਣੇ ਨਿੰਗਰ ਦਾ ਕਦੋਂ ਕਰਦੇ ਨੇ, ਅਨਾਉਂਸ ਕਦੋਂ ਕਰਦੇ ਨੇ, ਉਹਨਾਂ ਦੇ ਵਿੱਚੋਂ ਇਸ ਵੇਲੇ ਜਿਹੜਾ ਹੈਗਾ ਕਿ ਉਹ ਸਿੱਧੂ ਨੂੰ ਕਰਦੇ ਆ ਕਿ ਚੰਨੀ ਨੂੰ ਕਰਦੇ ਆ, ਬੜੇ ਇਹਦੇ ਤੇ ਜਿਹੜੀਆਂ ਉਹ ਕਿਆਸ ਰਹੀਆਂ ਹੋ ਸਕਦੇ ਆ, ਉਹਦੇ ਬਾਰੇ ਕੀ ਖਿਆਲ ਹੈ। ਸੋ ਪਹਿਲਾ ਸਵਾਲ ਜਿਹੜਾ ਉਹ ਹੈ ਕਿ ਵਾਈ ਨਵਜੋਤ ਵਾਸ ਟਾਰਗੇਟਡ ਡੇ ਆਫਟਰ ਰਾਹੁਲ ਗਾਂਧੀਜ਼ ਵਿਜ਼ਿਟ। ਉਹਦੇ ਬਾਰੇ ਮੈਂ ਕਿੱਥੋਂ ਗੱਲ ਸ਼ੁਰੂ ਕਰਾਂ? ਮੇਰਾ ਖਿਆਲ ਗੁਪਤਾ ਸਾਹਿਬ ਪਹਿਲਾਂ ਸ਼ੁਰੂ ਕਰਨ, ਫਿਰ ਡਾਕਟਰ ਰਮੇਸ਼, ਔਰ ਉਸ ਤੋਂ ਬਾਅਦ ਫਿਰ ਵਾਰੀ ਆਪਾਂ ਕਰਦੇ ਜਾਵਾਂਗੇ, ਫਿਰ ਪਰਮਜੀਤ ਸਿੰਘ ਹੋਣਾ ਦੇ ਔਰ ਹਰਜਗ ਵੀਰ ਵਪਾਰਾ ਹੋਣਾ ਦੇ ਵੀ ਵਿਚਾਰ ਉਹਦੇ ਬਾਰੇ ਸੁਣਾਂਗੇ। ਗੁਪਤਾ ਜੀ। ਮੈਂ ਸਮਝਦਾ ਕਿ ਪੰਜਾਬ ਰੀਅਲੀ ਇੱਕ ਡਿਫਿਕਲਟ ਫੇਜ਼ ਚ ਪਾਸ ਹੋ ਰਿਹਾ ਹੈ, ਔਰ ਪੰਜਾਬ ਦੀ ਜਿਹੜੀ ਕਿਸਾਨੀ ਮੂਵਮੈਂਟ ਨੇ ਇੱਕ ਹਿੰਦੁਸਤਾਨ ਚ ਜਿਹੜਾ ਲੋਕਾਂ ਚ ਡਿਵਾਈਡ ਸੀ ਬਿਟਵੀਨ different religious groups, particularly after BJP came in power. India is more divided today than it was before. So, क्योंकि अकाली दल हमेशा हिंदुस्तान का एक मोडी लीडर रहा है in the context, और हमेशा जी रिलीजन दे कोई भी रिलीजियस फाइट जिदा इंडिया च बाबरी मस्जिद की डिमोलिशन हुई, मोदी की चीफ मिनिस्ट्री च गुजरात राइट्स होए, अकाली दल का हिस्टोरिक रोल उत्थे डेड हो गया सी मेरे सामने। मैं इस करके कह रहा क्योंकि उहदे नाल लिंक है, क्योंकि अमरिंदर सिंह जिहड़ी कांग्रेस पार्टी है इहदी डेसिमेशन ने बीजेपी नूं इंडिया च राइज किया, और इंडिया डीप क्राइसिस है, डीप इकोनॉमिक क्राइसिस, डीप पोलिटिकल क्राइसिस, डीप सोशल क्राइसिस एंड रिलीजियस क्राइसिस। सो लोकां च जिन्नी डिवीजन हुई पंजाब इहदे चों बचिया। एक खुशी की गल है कि पंजाब बचिया, जिद्दां पंजाब पहले गहरे डिवीजन सीगे, राइट्स होए, लेकिन पंजाब अज बचिया है। दैट इज ए गुड साइन फॉर पंजाब। सैकेंड पॉइंट यह है कि पंजाब एक जिहड़ा सिद्धू ने मूवमेंट स्टार्ट की, आई एम नॉट सेइंग ही मे बी गुड कांग्रेसमैन और बैड कांग्रेसमैन, जिहड़ी उन्हें मूवमेंट स्टार्ट की इशूज बेस 4 एजेंडे पंजाब च सीगे। वो एजेंडे है कि सैंड का जो रेवेन्यू है वो स्टेट नूं जाएगा, सैकेंड पॉइंट है शराब का रेवेन्यू सरकार नूं जाएगा,
ਥਰਡ ਹੈ ਕਿ ਜਿਹੜਾ ਅਦਰ ਇਸ਼ੂਜ਼ ਹੈਗੇ ਰੈਵਨਿਊ ਸਟੇਟ ਕੋਲ ਜਾਏਗਾ ਤਾਂ ਕਿ ਲੋਕਾਂ ਦੇ ਬੈਨੀਫਿਟ ਹੋਣ, ਲੋਕਾਂ ਨੂੰ ਰਿਲੀਫ ਮਿਲਣ। ਇਹ ਏਜੰਡਾ ਪੰਜਾਬ ਦਾ ਜਿਹੜਾ ਹੈ ਅੱਜ ਖੜਾ ਹੈ ਔਰ ਸਾਰੀ ਪਾਰਟੀਆਂ ਇਹਨੂੰ ਮੰਨ ਰਹੀਆਂ, ਅਕਾਲੀ ਦਲ ਹੋਇਆ, ਆਪ ਵਾਲੇ ਹੋਏ। ਸੋ ਮੈਂ ਸਿਰਫ ਇਹ ਸਮਝਦਾ ਕਿ ਇਸ ਵੇਲੇ ਇੱਕ ਕੰਸਪੀਰੇਸੀ ਹੈ, ਵੱਡੀ ਹਾਇਰ ਲੈਵਲ ਦੀ ਕੰਸਪੀਰੇਸੀ ਹੈ। ਸੈਂਟਰ ਗਵਰਨਮੈਂਟ ਵੀ ਸ਼ਾਇਦ ਇਹ 'ਚ ਇਨਵੋਲਵਡ ਹੋਵੇ ਕਿ ਵੀ ਪੰਜਾਬ ਨੂੰ ਟਰਮੋਇਲ 'ਚ ਰੱਖੋ। ਟੌਪਿਕ I ਆਪਾਂ ਥੋੜਾ think- ਹੋਰ ਪਾਸੇ ਲੈ ਗਏ ਥੋੜਾ ਜਿਹਾ। ਨਹੀਂ, ਇਸ਼ੂ ਸੀਗਾ ਬਸ ਇਸ਼ੂ ਇਹ ਹੈ ਨਾ ਕਿ ਜਿਹੜਾ ਉਹ ਉਹਨਾਂ ਦੀ ਸਿਸਟਰ ਕਜ਼ਨ ਸਿਸਟਰ ਜੋ ਵੀ ਹੈ ਹਾਂ ਉਹਨਾਂ ਦਾ ਲਿਆਣਾ ਇਸ ਵੇਲੇ ਇੱਕ ਪੰਜਾਬ ਨੂੰ ਡੀਸਟੇਬਲਾਈਜੇਸ਼ਨ ਦੀ ਕੰਸਪੀਰੇਸੀ ਹੈ, ਜਿਹਦੇ ਵਿੱਚ ਇਸ਼ੂ ਭੁੱਲ ਜਾਣ, ਉਹ ਮੁੱਦਾ ਚਲਾ ਜਾਏ, ਯਾਰ ਤੂੰ ਇਹ ਕਰਦਾ ਸੀ, ਉਹ ਕਰਦਾ ਸੀ। ਸੋ ਦੈਟ ਇਜ਼ ਦ ਪੁਆਇੰਟ ਆਈ ਵਾਂਟ ਟੂ ਸੇ। ਹਾਂਜੀ ਹਰਮੇਸ਼ ਜੀ, ਗੁਪਤਾ ਸਾਹਿਬ ਨੇ ਬੜਾ ਪੁਆਇੰਟ ਵਧੀਆ ਰੇਜ਼ ਕੀਤਾ ਕਿ ਇਸ ਵੇਲੇ ਮੈਂ ਸਮਝਦਾ ਕਿ ਜਿਹੜੀ ਲੜਾਈ ਆ ਉਹ ਦੋ ਕਿਸਮ ਦਾ ਵਿਚਾਰ ਚੱਲ ਰਿਹਾ ਇਸ ਵੇਲੇ। ਮੈਂ ਜਿਸ ਤਰ੍ਹਾਂ ਜੋ ਕੁਝ ਸਮਝਾਂ, ਇੱਕ ਪਾਸੇ ਤਾਂ ਜਿਸ ਤਰ੍ਹਾਂ ਇਹਨਾਂ ਨੇ ਆਖਿਆ ਕਿ ਪੰਜਾਬ ਦਾ ਖਜ਼ਾਨਾ ਭਰਨ ਦੀ ਗੱਲ ਆ, ਪੰਜਾਬ ਦੇ ਕੋਲ ਮਤਲਬ ਰੈਵਨਿਊ ਦੀ ਗੱਲ ਆ। ਇੱਕ ਪਾਸੇ ਉਹ ਵਿਚਾਰਧਾਰਾ ਜਿਹੜੇ ਆਂਦੇ ਨੇ ਵੀ ਨਹੀਂ, ਕਰਜ਼ੇ ਦੀ ਕੋਈ ਗੱਲ ਨਹੀਂ, ਕਰਜ਼ਾ ਜਿੰਨਾ ਮਰਜ਼ੀ ਹੈ ਨਾ ਉਹ ਹੋਵੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਦੂਸਰੇ ਪਾਸੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਜੇ ਕਰਜ਼ਾ ਜਿਹੜਾ ਨਾ ਜਿਸ ਤਰ੍ਹਾਂ ਪੰਜਾਬ ਦੇ ਸਿਰ ਚੜਿਆ ਤੇ ਜਿਸ ਤਰ੍ਹਾਂ ਗਾਂ ਚੜ੍ਹਦਾ ਜਾ ਰਿਹਾ, ਪੰਜਾਬ ਬਿਲਕੁਲ ਡੁੱਬ ਜਾਏਗਾ ਔਰ ਪੰਜਾਬ ਕੁਝ ਨਹੀਂ ਕਰ ਸਕਦਾ ਜੇ ਇਹਨੂੰ ਆਪਾਂ ਰਿਵਰਸ ਨਾ ਕੀਤਾ। ਸੋ ਇਸ ਵੇਲੇ ਇਹ ਇਲੈਕਸ਼ਨ ਜਿਹੜੀ ਆ ਇਹਨਾਂ ਦੋਵਾਂ ਵਿਚਾਰਧਾਰਾਂ ਦੇ ਵਿੱਚ ਵੀ ਜਿਹੜੀ ਹੈ ਨਾ ਉਹ ਆਵੇਗੀ ਕਿ ਕੀ ਇਹ ਠੀਕ ਹੈ ਗੱਲ ਕਿ ਜਿਸ ਤਰ੍ਹਾਂ ਮਰਜ਼ੀ ਚੜ੍ਹਦਾ ਜਾਂਦਾ ਕਰਜ਼ਾ ਨੂੰ ਚੜੀ ਜਾਣ ਦਿਓ ਔਰ ਇਹਦਾ ਕੋਈ ਨੁਕਸਾਨ ਨਹੀਂ ਹੋਵੇਗਾ, ਕਿ ਵਾਕਈ ਪੰਜਾਬ ਡੁੱਬ ਜਾਏਗਾ। ਤੇ ਡਾਕਟਰ ਹਰਮੇਸ਼ ਜੀ। ਹਾਂਜੀ, ਗੁਪਤਾ ਜੀ ਨੇ ਬਹੁਤ ਸੋਹਣੇ ਆਪਣਾ ਐਨਾਲਿਸਿਸ ਜਿਹੜਾ ਦਿੱਤਾ ਹੈ। ਮੈਂ ਦੋ ਚੀਜ਼ਾਂ ਐਡ ਕਰਾਂਗਾ ਉਹਦੇ ਵਿੱਚ। ਇੱਕ ਤਾਂ ਜਿਹੜਾ ਇਮੋਸ਼ਨਲ ਬਲੈਕਮੇਲਿੰਗ ਆਫ ਦਿਸ ਪੀਪਲ ਸਾਈਕੀ, ਕਿਉਂਕਿ ਮੇਰਾ ਮੈਂਟਲ ਹੈਲਥ ਦਾ ਸਟੂਡੈਂਟ ਹੈ, ਉਹ ਇਮੋਸ਼ਨਲ ਬਲੈਕਮੇਲਿੰਗ ਜਿਹੜੀ ਬੀਜੇਪੀ ਸ਼ੁਰੂ ਤੋਂ ਕਰਦੀ ਆ ਰਹੀ, ਅੱਜ ਦੀ ਗੱਲ ਨਹੀਂ ਹੈ ਇਹ। RSS ਦਾ ਜਿਹੜਾ ਮੁੱਦਾ, ਉਹਨਾਂ ਨੇ ਜਿਹੜਾ ਲੋਕਾਂ ਨੂੰ ਸ਼ੁਰੂ ਤੋਂ ਹੀ ਆਪਣੇ ਕੇਡਰ ਦੇ ਵਿੱਚ ਕਿੱਦਾਂ ਦੀ ਟ੍ਰੇਨਿੰਗ ਦਿੱਤੀ ਹੈ। ਉਸ ਤੋਂ ਬਾਅਦ ਆਹ ਦੇਖੋ, ਇਹ ਅਮਰੀਕਾ ਦੀ ਕਹਾਵਤ ਆ। ਮੈਂ ਅੱਜੇ ਕਿਸੇ ਨਾਲ ਗੱਲ ਕਰਦਾ ਸੀ, ਦੁਪਹਿਰੇ ਮੈਂ ਕਿਤੇ ਮੀਟਿੰਗ 'ਚ ਬੋਲਦਾ ਸੀ ਕਿ ਅਮਰੀਕਾ ਦੀ ਕਹਾਵਤ ਆ ਕਿ ਥਿੰਗਸ ਵਿਚ ਆਰ ਨਾਟ ਬ੍ਰੋਕਨ ਡੋਂਟ ਫਿਕਸ ਦੈਮ। ਤੇ ਇਹਨਾਂ ਨੇ ਅਮਰ ਜੋਤੀ ਦਾ ਮੁੱਦਾ, ਅਮਰ ਜੋਤੀ ਦਿੱਲੀ ਉੱਥੋਂ ਇੰਡੀਆ ਗੇਟ ਤੋਂ ਚੱਕ ਕੇ ਉਧਰਲੇ ਪਾਸੇ ਲੈਣ ਦੀ, ਇਹ ਇਮੋਸ਼ਨਲ ਬਲੈਕਮੇਲਿੰਗ ਨਹੀਂ, ਸਾਈਕੀ ਆਫ ਇੰਡੀਅਨ ਤੇ ਹੋਰ ਕੀ ਹੈ। ਕਿਉਂਕਿ ਜਿਹੜੇ ਜ਼ਖਮ ਹੀਲ ਕਰ ਚੁੱਕੇ ਆਪਾਂ 1947 ਤੋਂ ਬਾਅਦ, ਉਹ ਜ਼ਖਮਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮੋਸ਼ਨਲੀ ਬੰਦਿਆਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਆ ਜਿਹੜਾ ਮੁੱਦਾ ਲਿਆਂਦਾ ਸਿੱਧੂ ਸਾਹਿਬ ਦੀ ਸਿਸਟਰ ਦਾ, ਇਹ ਵੀ ਇੱਕ ਇਮੋਸ਼ਨਲ ਬੂਨ ਜਿਹੜਾ ਹੈਗਾ ਨਾ, ਜਦ ਕਿ ਇਹਦਾ ਕੋਈ ਲਿੰਕ ਨਹੀਂ ਪੋਲਿਟਿਕਸ ਨਾਲ। ਇਟਸ ਅ ਫੈਮਿਲੀ ਇਸ਼ੂ। when it's a family issue, stay in the family। ਜਿੱਦਾਂ ਅਮਰੀਕਾ ਦੇ ਵਿੱਚ ਇਹ ਕਰਦੇ ਨੇ ਵੀ ਕੋਈ ਨਾ ਕਿਸੇ ਦੇ ਸੈਕਸ਼ੂਅਲ ਇਲਜ਼ਾਮ ਲਾ ਦਿੰਦੇ ਕੈਂਡੀਡੇਟ ਤੇ। The same thing they are trying to borrow these concepts from the United States, which is out of context for the Punjabi culture. Yes. And we need to keep that in mind. ਠੀਕ ਹੈ, ਮੈਂ ਸਮਝਦਾ ਕਿ ਜੇ ਵੇਖੋ ਉਸ ਲੇਡੀ ਨੇ ਜਿਸ ਤਰ੍ਹਾਂ ਆਪਣੀ ਵਿਥਿਆ ਦੱਸੀ ਆ, ਉਹ ਬੜੀ ਦਰਦਨਾਕ ਆ, ਪਰ ਮੈਂ ਸਮਝਦਾ ਵੀ ਸ਼ੀ ਇਜ਼ ਬਾਰਕਿੰਗ ਐਟ ਦਾ ਰੋਂਗ ਟ੍ਰੀ, ਕਿਉਂਕਿ ਉਹਨੂੰ ਆਪਣੇ ਪਿਓ ਨਾਲ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ ਹੈ। whose name was Sodhi, Mr. Sodhi, who is her late father, not to Navjot or Navjot's father, who's a different person। so ਜੇ ਉਹਦਾ ਇਹ ਠੀਕ ਵੀ ਆ ਉਹਦਾ ਇਲਜ਼ਾਮ, ਜਾਂ ਉਹਨੂੰ ਕੰਪਨਸੇਸ਼ਨ ਦੀ, ਜਾਂ ਉਹਦੇ ਸਮਝਦੇ ਆ ਵੀ ਉਹ ਸਾਡੇ ਨਾਲ ਬਹੁਤ ਧੱਕਾ ਆ, ਤੇ ਉਹਦੇ ਇਨਹੈਰੀਟੈਂਸ ਉਹਦੇ ਆਪਣੇ ਸਗੇ ਪਿਓ ਤੋਂ ਬਣਦੀ ਸੀ, ਰਾਦਰ ਦੈਨ ਜਿੱਧਰਲੇ ਪਾਸੇ ਨੂੰ ਗੱਲ ਚੱਲ ਪਈ। ਸੋ ਮੇਰੀ ਜਿਹੜੀ ਅੰਡਰਸਟੈਂਡਿੰਗ ਹੈ ਕਿ ਜਿੱਥੋਂ ਤੱਕ ਪੰਜਾਬ ਦਾ ਕੰਸਰਨ ਹੈ ਜਾਂ ਪੰਜਾਬ ਨਾਲ ਰਿਲੇਟਡ ਇਸ਼ੂਜ਼ ਹੈਗੇ ਆ, ਉਹ ਪੰਜਾਬ ਦੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹ ਹੀ ਐਡਰੈਸ ਕਰ ਸਕਦੀਆਂ, ਨੈਸ਼ਨਲ ਪਾਰਟੀਆਂ ਨਹੀਂ ਕਰ ਸਕਦੀਆਂ। ਨੈਸ਼ਨਲ ਪਾਰਟੀ ਨੇ ਸਿਰਫ ਉੱਥੋਂ ਆਪਣੇ ਇੰਟਰਸਟ ਗੇਨ ਕਰਨੇ ਆ, ਦੇ ਆਰ ਜਸਟ ਗੈਟਿੰਗ ਵੋਟਸ।
ਉਹਨਾਂ ਦੇ ਨੰਬਰ ਕਿੰਨੇ ਐਡ ਹੁੰਦੇ ਆ ਨੈਸ਼ਨਲ ਲੈਵਲ ਤੇ, ਇਦੋਂ ਬਾਅਦ ਉਹਨਾਂ ਪੰਜਾਬ ਦੇ ਨਾਲ ਇੰਟਰਸਟ ਕੋਈ ਨਹੀਂ ਹੈਗਾ। ਬਟ ਅਨਫੋਰਚੂਨੇਟਲੀ ਇੱਥੇ ਸਾਡੇ ਨੇ ਕਿ ਰੀਜਨਲ ਪਾਰਟੀ ਜਿਹੜੀ ਮੇਨ ਰਹੀ ਹੈ ਸ਼ੁਰੂ ਤੋਂ ਉਹ ਅਕਾਲੀ ਦਲ ਸੀ, ਔਰ ਪਹਿਲਾਂ ਬਹੁਤ ਚੰਗੀ ਤਰ੍ਹਾਂ ਇੰਟਰਸਟ ਇੱਥੇ ਪੰਜਾਬ ਦੇ ਰੱਖਦੇ ਰਹੇ ਆ ਸਟੇਟ ਦੇ ਲੈ ਕੇ, ਚਾਹੇ ਸਟੇਟ ਦੇ ਸਾਰੇ ਫੈਡਰਲ ਇਸ਼ੂਜ਼ ਦੀ ਗੱਲ ਸੀ, ਰਾਈਟਸ ਦੀ ਗੱਲ ਸੀ, ਸਾਰੇ ਕਰਦੇ ਰਹੇ ਆ। ਇਨੀਸ਼ੀਅਲੀ ਪੰਥਕ ਪਾਰਟੀ ਸੀਗੀ, ਪੰਥਕ ਇਸ਼ੂ ਸੀਗੇ, ਫਿਰ ਫੈਡਰਲ ਸੀ, ਸਾਰੇ ਨੈਸ਼ਨਲ ਲੈਵਲ ਤੇ ਆਪਾਂ ਦੇਖੀਏ ਫੈਡਰਲ ਇਸ਼ੂ ਕੋਈ ਰੇਜ਼ ਕਰਦਾ ਸੀ ਤਾਂ ਅਕਾਲੀ ਦਲ ਸੀ। ਬਟ ਅਨਫੋਰਚੂਨੇਟਲੀ ਜਦੋਂ ਤੋਂ ਇਹ ਆਏ ਹੈਗੇ ਆ ਬੀਜੇਪੀ ਨਾਲ ਅਲਾਈਅੰਸ ਦੇ ਵਿੱਚ ਔਰ ਸੈਂਟਰ 'ਚ ਪਾਵਰ 'ਚ ਆਏ ਹੈਗੇ ਆ, ਇਹਨਾਂ ਨੇ ਸਾਰੇ ਇੰਟਰਸਟ ਖਤਮ ਕਰਤੇ ਜਸਟ ਟੂ ਗੇਨ ਵਨ ਆਪਣੀ ਮਿਨਿਸਟਰੀਅਲ ਬਰਥ। ਉਹਦੇ ਵਾਸਤੇ ਸਾਰਾ ਪਹਿਲਾਂ ਪੰਥ ਦੀ ਜਿੱਥੋਂ ਗਾ ਸੀ ਉਹਦੇ ਤੈਸ਼ੀ ਸੀ, ਇਹਨਾਂ ਨੇ ਪੰਥ ਦਾ ਪੱਠਾ ਬਿਠਾਇਆ, ਯੂਜ਼ ਕੀਤਾ, ਉਹਨੂੰ ਐਕਸਪਲੋਇਟ ਕੀਤਾ ਸਾਰਾ। ਉਸ ਤੋਂ ਬਾਅਦ ਫੈਡਰਲ ਇਸ਼ੂਜ਼ ਦੀ ਗੱਲ ਕਰੀ ਤਾਂ ਫੈਡਰਲ ਇਸ਼ੂ ਨੇ ਸਾਰੇ ਕਨੈਕਟ ਕਰਤੀ, ਜਿੱਥੇ ਜਿੱਥੇ ਸੀ ਫੈਡਰਲ ਇੰਟਰਸਟ ਸਾਰੇ ਹੀ ਇਹਨਾਂ ਨੇ ਛੱਡ ਦਿੱਤੇ, ਛਿੱਕੇ ਤੇ ਟਾਂਗ ਦਿੱਤੇ ਜਸਟ ਟੂ ਗੇਨ ਦੇਅਰ ਓਨਲੀ ਵਨ ਮਿਨਿਸਟਰ ਬਰਥ। ਸੋ ਇੱਥੇ ਹੈ। ਸੋ ਇਸ ਟਾਈਮ ਜੇ ਸੈਕੰਡ ਆਪਾਂ ਦੇਖੀ ਰੀਜਨਲ ਪਾਰਟੀ ਤਾਂ ਉਹ ਐਮਰਜ ਕਰ ਰਹੀ ਹੈਗੀ ਆ, ਦੈਟ ਇਜ਼ SSM। ਸੋ ਉਹਨਾਂ ਦਾ ਇੰਟਰਸਟ ਜਿਹੜਾ ਪੰਜਾਬ ਦੇ ਨਾਲ ਕੰਸਰਨਡ ਹੈਗਾ, ਦੀ ਉਹਨਾਂ ਨੇ ਜੋ ਅੱਜ ਦੀ ਜੋ ਵੱਖਰੀ ਉਹਨੂੰ ਕੱਲ ਨੂੰ ਕੀ ਬਣਦਾ ਉਹ ਜਿੱਤਦੇ ਹਾਰਦੇ, ਪਰ ਉਹਨਾਂ ਦਾ ਇੰਟਰਸਟ ਸੋਲਲੀ ਪੰਜਾਬ ਦੇ ਨਾਲ ਰਿਲੇਟਡ ਹੈਗਾ। ਪੰਜਾਬ ਦੇ ਵਾਈਡਰ ਸਾਰੇ ਜਿਹੜੇ ਹੈਗੇ ਉੱਥੇ ਹੈਗੇ ਨੇ ਕਾਂਸਟੀਚੂਐਂਟਸ ਹੈਗੇ ਨੇ, ਉਹਨਾਂ ਦੇ ਨਾਲ ਰਿਲੇਟਡ ਹੈਗਾ। ਆਈ ਥਿੰਕ ਰੀਅਲੀ ਦੇ ਕੈਨ ਟੇਕ ਇੰਟਰਸਟ। ਅਕਾਲੀ ਦਲ ਔਰ ਇਹ ਦੂਜਾ ਸੀ, ਦੋ ਪਾਰਟੀਆਂ ਹੈਗੀਆਂ ਰੀਜਨਲ, ਪਰ ਰੀਜਨਲ ਜਿਹੜੀ ਅਕਾਲੀ ਦਲ ਹੈ ਉਹ ਆਪਣੇ ਆਪ ਨੂੰ ਐਕਸਪੋਜ਼ ਕਰ ਚੁੱਕੇ, ਹਰ ਲੈਵਲ ਤੇ ਫਰੰਟ ਫੇਲ ਹੋਏ ਨੇ। ਹੁਣ ਆਪਣੇ ਪਰਮਜੀਤ ਜੀ ਆਏ ਨੇ, ਠੀਕ ਹੈ, ਮੈਂ ਵੈਲਕਮ ਕਰਦਾ ਇਹਨਾਂ ਦਾ ਕਿ ਆਪਣੇ ਫੋਰਮ ਤੇ ਆਏ ਨੇ। ਸੀ ਜਿੱਥੇ ਬਾਕੀ ਵੀ ਉਹਨਾਂ ਨੇ ਵਿਚਾਰ ਦਿੱਤੇ, ਇਹਨਾਂ ਦਾ ਕੀ ਵਿਚਾਰ ਹੈ ਕਿ ਨਵਜੋਤ ਜਿਹੜਾ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਪੋਲੀਟੀਕਲੀ, ਕਿ ਕੀ ਮਤਲਬ ਚੱਕਰ ਕੀ ਹੈ ਉੱਥੇ? ਕਿਉਂਕਿ ਮੈਂ ਸਮਝਦਾ ਕਿ ਉਹਨੇ ਦੁਸ਼ਮਣ ਬਹੁਤ ਬਣਾ ਲਏ ਆਪਣੀ ਪਾਰਟੀ ਵਿੱਚ ਵੀ ਤੇ ਵਿਰੋਧੀਆਂ ਵਿੱਚ ਵੀ। ਜਦੋਂ ਉਹ 75-25 ਦੀ ਗੱਲ ਕਰਦਾ, ਉਹ ਇਸ ਨੈਕਸਸ ਨੂੰ ਤੋੜਨਾ ਚਾਹੁੰਦਾ। ਉਹ ਚਾਹੁੰਦਾ ਵੀ ਪੰਜਾਬ ਜਿਹੜਾ ਹੈ ਨਾ, ਇਹ ਥੋੜੀ ਬਾਲੀ ਮੁਰੰਮਤ ਨਾਲ ਸੂਤਰ ਨਹੀਂ ਆਉਣਾ, ਇਹਦਾ ਸਾਰਾ ਸਿਸਟਮ ਜਿਹੜਾ ਉਹ ਓਵਰਆਲ ਕਰਨਾ ਪਊ। ਉਹਦੀ ਨੈਕਸਸ ਜਿਹੜੀ ਆ ਉਹ 75-25 ਦੀ ਹੈ, ਕਿਉਂਕਿ ਸਰਕਾਰ ਕੋਈ ਵੀ ਆਵੇ ਉਹ ਜਿਹੜਾ ਉਹ ਰਲ ਮਿਲ ਕੇ ਸਾਰੇ ਚੱਲਦੇ। ਇਹਦਾ ਐਸਕੀ ਬੜਾ ਚਰਚਾ ਰਿਹਾ ਇਲੈਕਸ਼ਨ ਦੇ ਵਿੱਚ, ਤੇ ਗਾਂ ਇਲੈਕਸ਼ਨ ਦੇ ਵਿੱਚ ਰਹਿਣਾ। ਇਹਦੇ ਬਾਰੇ ਕੀ ਖਿਆਲ ਹੈ? ਤੁਹਾਡਾ ਕੀ? ਮੈਂ ਇਹ ਕਹਿਣਾ ਚਾਹੁੰਦਾ ਜੀ, ਜਿਹੜੀ ਆਪਾਂ ਗੱਲ ਕਰਦੇ ਆ ਨਾ ਜੀ, ਦੇਖੋ ਇਲੈਕਸ਼ਨ ਦਾ ਟਾਈਮ ਹੁੰਦਾ, ਹਰੇਕ ਪਾਰਟੀ ਆਪਣੇ ਆਪਣੇ ਇਸ਼ੂ ਲੈ ਕੇ ਆਉਂਦੀ ਆ, ਕਿਤੇ ਪਾਰਟੀਜ਼ ਨੂੰ ਟਾਰਗੇਟ ਕੀਤਾ ਜਾਂਦਾ, ਕਿਤੇ ਪਰਸਨੈਲਿਟੀ ਨੂੰ ਟਾਰਗੇਟ ਕੀਤਾ ਜਾਂਦਾ। ਬਟ ਫੈਕਟ ਇਹ ਆ ਵੀ ਜਦੋਂ ਅਸੀਂ 5 ਸਾਲ ਦੇ ਵਿੱਚ ਸੀ ਸਰਕਾਰ ਦੇ ਵਿੱਚ, ਆਪਾਂ ਪਾਰਟ ਸੀ ਸਰਕਾਰ ਦਾ, ਉਸ ਟਾਈਮ ਤੇ ਕਿਹੜੇ ਇਸ਼ੂ ਅਸੀਂ ਚੱਕੇ ਨੇ? ਤੋਂ ਸਾਡੇ ਕੋਲ ਇੱਕ ਮਹਿਕਮਾ ਸੀ, ਫੋਰਗੇਟ ਅਬਾਊਟ ਐਵਰੀਥਿੰਗ ਐਲਸ। ਜਦੋਂ ਜਿਹੜਾ ਮਹਿਕਮਾ ਸੀ ਉਹਦੇ ਵਿੱਚ ਤੁਸੀਂ ਦੇਖੋ ਵੀ ਕੋਈ ਕੰਸਟਰਕਟਿਵ ਗੱਲ ਹੋਈ ਆ? ਪਹਿਲਾਂ ਉਹਨਾਂ ਕੋਲ ਲੋਕਲ ਬਾਡੀ ਸੀ, ਫਿਰ ਉਹਨਾਂ ਨੂੰ ਪਾਵਰ ਦਾ ਦਿੱਤਾ ਗਿਆ, ਜਿਹੜਾ ਉਹਨਾਂ ਨੇ ਇੱਕ ਵਾਰ ਵੀ ਅਪਾਇੰਟਮੈਂਟ ਲੈ ਕੇ ਗਏ ਨਹੀਂ ਉੱਥੇ। ਸੋ ਹੀ ਗੋਟ ਅ ਚਾਂਸ ਟੂ ਪ੍ਰੂਵ ਹਿਮਸੈਲਫ। ਕੱਲਾ ਗੱਲਾਂ ਨਾਲ ਹੁਣ ਗੱਲ ਨਹੀਂ ਬਣਨੀ। ਦੇਖੋ ਆਪਾਂ ਕਹਿ ਦਾਂਗੇ ਪਿਛਲੀ ਵਾਰ ਜਿਵੇਂ ਕਾਂਗਰਸ ਸਰਕਾਰ ਜਦੋਂ ਆਈ ਸੀ ਵੀ ਕਰਜ਼ਿਆਂ ਤੇ ਜਾਂ ਮੋਬਾਈਲ ਫੋਨਾਂ ਤੇ ਮਤਲਬ ਦੇ ਫ੍ਰੀਬੀਜ਼ ਦੇ ਉੱਤੇ ਜਿਹੜਾ ਸਿਸਟਮ ਚੱਲ ਰਿਹਾ ਉਹਦੇ ਉੱਤੇ ਚੱਲਦਾ ਸੀ ਕੰਮ, ਤੇ ਹੁਣ ਉਹਨਾਂ ਨੇ ਆ ਕੇ ਉਹਦੇ ਇਸ਼ੂਜ਼ ਬਣਾ ਲਏ ਨੇ ਵੀ ਸੈਂਡ ਮਾਈਨਿੰਗ। ਮੈਨੂੰ ਇਹ ਦੱਸੋ, ਜੇ ਤੁਸੀਂ ਡਾਟਾ ਪਿਛਲਾ ਕੱਢੋ, ਜਿਹੜਾ ਅਕਾਲੀ ਸਰਕਾਰ ਟਾਈਮ ਤੇ ਜਿੰਨਾ ਸੈਂਡ ਮਾਈਨਿੰਗ ਦਾ ਰੈਵਨਿਊ ਸੀ ਉਹ ਤੋਂ ਘੱਟ ਜਨਰੇਟ ਕੀਤਾ ਗਿਆ ਕਾਂਗਰਸ ਸਰਕਾਰ ਤੇ। ਜੇ ਆਪਾਂ ਐਕਸਾਈਜ਼ ਦੀ ਗੱਲ ਕਰਦੇ ਆ, ਬਿਕੋਜ਼ ਉਹਦੇ ਵਿੱਚ ਇਹ ਸੀਗਾ, ਜਿਹੜਾ ਤੁਸੀਂ 10 ਸਾਲ ਦਾ ਡਾਟਾ ਕੱਢੋ ਅਕਾਲੀ ਸਰਕਾਰ ਦਾ, ਐਵਰੀ ਈਅਰ ਅਰਾਊਂਡ 20 to 25% ਇਨਕਰੀਮੈਂਟ ਹੁੰਦਾ ਰਿਹਾ ਸਟੇਟ ਦੇ ਰੈਵਨਿਊ ਦੇ ਵਿੱਚ। ਪਰ ਪਿਛਲੇ 5 ਸਾਲਾਂ ਦੇ ਵਿੱਚ ਕੁੱਲ ਮਿਲਾ ਕੇ 25% ਰੈਵਨਿਊ ਆਇਆ ਹੋਣਾ ਆਪਾਂ ਨੂੰ ਇਨਕਰੀਮੈਂਟ। ਸੋ ਇਹ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਆ। ਵੈਨ ਯੂ ਆਰ ਪਾਰਟ ਆਫ ਅ ਸਿਸਟਮ, ਉਹਦੇ ਵਿੱਚ ਮੈਂ ਤਾਂ ਆਪ ਕਹਿ ਰਿਹਾ ਜੀ, ਆਈ ਡੋਂਟ ਸੇ ਕਿ ਸਾਰੀਆਂ ਪਾਰਟੀਆਂ ਚੰਗੀਆਂ ਨੇ, ਸਾਰੇ ਲੀਡਰ ਚੰਗੇ ਨੇ, ਬਟ ਇਫ ਯੂ ਗੋਟ ਯੂਰ ਡਿਊਟੀ ਟੂ ਡੂ ਇਟ, ਤੁਸੀਂ ਕੁਛ ਨਾ ਕੁਛ ਇਹੋ ਜਿਹਾ ਕਰੋ, ਅੰਦਰ ਵੜ ਕੇ ਸਫਾਈ ਕਰਨੀ ਪੈਣੀ ਆ। ਕੱਲਾ ਗੱਲਾਂ ਨਾਲ ਦੇਖੋ, ਟਾਰਗੇਟ ਤਾਂ ਹਰੇਕ ਨੇ ਆਉਣਾ, ਟਾਰਗੇਟ ਤਾਂ ਹੁਣ ਅਸੀਂ ਵੀ ਕਿਸੇ ਨਾ ਕਿਸੇ ਮੁੱਦੇ ਤੇ ਆਵਾਂਗੇ। ਹੁਣ ਮੇਰੇ ਏਰੀਆ ਦੇ ਵਿੱਚ ਰਾਜੇਵਾਲ ਸਾਹਿਬ ਖੜੇ ਨੇ, ਸੋ ਆਬਵੀਅਸਲੀ ਵੀ ਮੈਂ 4 ਗੱਲਾਂ ਉਹਨਾਂ ਲਈ ਕਹਿਣੀ, ਉਹਨਾਂ ਨੇ 4 ਮੇਰੇ ਲਈ ਵੀ ਕਹਿਣੀਆਂ ਨੇ, ਬਟ ਲੋਕਾਂ ਨੂੰ ਵੀ ਹੁਣ ਸਮਝਣਾ ਪੈਣਾ। ਬਟ ਇੱਕ ਮੈਂ ਹੋਰ ਵਧੀਆ ਗੱਲ ਕਰਦਾ ਵੀ ਹੁਣ ਲੋਕ ਬਹੁਤ ਅਵੇਅਰ ਨੇ ਡਿਊ ਟੂ ਸੋਸ਼ਲ ਮੀਡੀਆ, ਬਟ ਮੈਂ ਇੱਕ ਉਹਨਾਂ ਨੂੰ ਇਹੀ ਬੇਨਤੀ ਕਰਦਾ ਹੁੰਦਾ ਵੀ ਰਿਗਾਰਡਲੈਸ ਕਿ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹੋ, ਚੈੱਕ ਦ ਫੈਕਟਸ, ਉਸ ਤੋਂ ਬਾਅਦ ਕਰੋ। ਸਾਡੇ ਹੁਣ ਯੂਥ ਦੀ ਪ੍ਰੋਬਲਮ ਕੀ ਆ ਗਈ ਵੀ ਵੀ ਡੋਂਟ ਥਿੰਕ ਕਿ ਅਸੀਂ ਸੋਚਦੇ ਨਹੀਂ ਹੈਗੇ ਵੀ ਸਹੀ ਕੀ ਆ ਗਲਤ ਕੀ ਆ। ਅਸੀਂ ਫਟਾਫਟ ਚੀਜ਼ ਜੇ ਕੋਈ ਸਾਡੇ ਕੋਲ WhatsApp ਤੇ ਆ ਗਈ, ਅਸੀਂ ਫਟਾਫਟ ਫਾਰਵਰਡ ਕਰ ਦੇਣੀ ਆ ਜਾਂ ਆਪਣੇ ਸੋਸ਼ਲ ਅਕਾਊਂਟਸ ਦੇ ਉੱਤੇ ਸ਼ੇਅਰ ਕਰ ਦੇਣੀ ਆ, ਤੇ ਉਹਦਾ ਜਿਹੜਾ ਲੌਂਗ ਇਫੈਕਟ ਮਾੜਾ ਹੋ ਜਾਂਦਾ। ਬਟ ਹੁਣ ਬਹੁਤ ਚੰਗੀ ਇੱਕ ਗੱਲ ਮੈਨੂੰ ਹੁਣ ਸਿਸਟਮ ਦੇ ਵਿੱਚ, ਜੋ ਮੈਂ ਹੁਣ ਪਿੰਡਾਂ 'ਚ ਫਿਰਦਾ ਨਾ, ਸਭ ਤੋਂ ਚੰਗਾ ਸਾਡੇ ਪੰਜਾਬ ਲਈ ਕੀ ਹੋਇਆ ਕਿ ਲੋਕ ਸਵਾਲ ਕਰਨ ਲੱਗ ਗਏ। ਜਦ ਤੱਕ ਸਵਾਲ ਕਰਾਂਗੇ, ਜੇ ਸਵਾਲ ਕਰਾਂਗੇ ਤਾਂ ਪੋਲੀਟੀਕਲ ਲੀਡਰਸ ਤੋਂ ਤੁਸੀਂ ਇਹ ਮੰਗ ਕਰ ਸਕਦੇ ਹੋ, ਤੁਹਾਨੂੰ ਰਿਪਲਾਈ ਮਿਲੂਗਾ। ਬਿਫੋਰ ਦਿਸ ਥਿੰਗ ਇਹ ਹੁੰਦਾ ਸੀ ਵੀ ਅਸੀਂ ਪਿੰਡਾਂ ਜਾਣਾ, ਬੋਲ ਕੇ ਆ ਜਾਣਾ, ਕੋਈ ਉੱਥੇ ਕੁਝ ਬੋਲਦਾ ਨਹੀਂ।
ਉਹਨਾਂ ਨੂੰ ਜਿਹੋ ਜਿਹਾ ਲੈਕਚਰ ਆਪਾਂ ਦਿੱਤਾ, ਜਿਹੋ ਜਿਹਾ ਨਾ ਦਿੱਤਾ। ਸੋ ਇਟਸ ਗੁੱਡ ਥਿੰਗ ਕਿ ਲੋਕ ਰੈਕੋਰਡ ਸਾਰਾ ਰੱਖਦੇ ਨੇ। ਤੇ ਮੈਂ ਇਹ ਵੀ ਸਾਰਿਆਂ ਨੂੰ ਕਹਿਣਾ ਹੁੰਦਾ, ਦੇਖੋ ਇੱਕ ਫੈਕਟ ਆ, ਜੇ ਮੈਂ ਕਿਸੇ ਨਾਲ ਠੱਗੀ ਮਾਰ ਕੇ 2-4-500 ਰੁਪਇਆ ਲੈ ਲਿਆ ਜਾਂ ਕੋਈ ਲੈ ਲਿਆ ਤਾਂ ਮੇਰੇ ਤੇ FIR ਦਰਜ ਹੁੰਦੀ ਆ। ਜੇ ਮੈਂ 5 ਸਾਲ ਲਈ ਝੂਠ ਬੋਲ ਕੇ ਵੋਟਾਂ ਲੈ ਗਿਆ ਤਾਂ ਸਾਡੇ ਤੇ ਕਿਉਂ ਨਹੀਂ ਕੋਈ ਕਾਰਵਾਈ ਹੁੰਦੀ? ਕਿਉਂ ਨਹੀਂ ਸਾਨੂੰ ਟੰਗਦੇ ਵੀ ਹਾਂ ਠੀਕ ਆ ਯਾਰ? ਕਿਉਂ ਸਾਨੂੰ ਗੱਲ ਉਹ ਕਰਨੀ ਚਾਹੀਦੀ ਜੋ ਕਰ ਸਕਦੇ ਆ। ਅਸੀਂ ਫਰਸਟ੍ਰੇਟ ਹੈ, ਸਾਡਾ ਯੂਥ ਕਹਿ ਲਈਏ ਜਾਂ ਪੰਜਾਬ ਦੇ ਲੋਕ ਇਸ ਚੀਜ਼ ਤੋਂ ਨੇ ਕਿ ਵਾਅਦੇ ਹੋਈ ਜਾਂਦੇ ਆ, ਗਰਾਊਂਡ ਤੇ ਇੰਪਲੀਮੈਂਟੇਸ਼ਨ ਹੁੰਦੀਆਂ ਨਹੀਂ। ਤੇ ਫਿਰ ਫਰਸਟ੍ਰੇਟ ਹੋ ਕੇ ਜੇ ਆਪਾਂ ਈਵਨ ਨਸ਼ਿਆਂ ਦੀ ਵੀ ਗੱਲ ਕਰਦੇ ਆ, ਉਹ ਜਿਹੜੇ ਸਾਡਾ ਯੂਥ ਵਿਚਾਰਾ ਪੜ੍ਹਿਆ ਲਿਖਿਆ ਜੀ, ਉਹ ਪੜ੍ਹਾਈ ਕਰਕੇ ਇੰਨੇ ਪੈਸੇ ਮਾਂ-ਬਾਪ ਖਰਚ ਕੇ ਉਹਨੂੰ ਵਿਚਾਰੇ ਨੂੰ ਕਹਿੰਦੇ ਨੇ ਵੀ ਜੌਬ ਤੇ ਜਾ, ਜੌਬ ਉੱਥੇ ਮਿਲਦੀ ਕੋਈ ਨਹੀਂ, ਬਿਕੋਜ਼ ਓਪਰਚੁਨਿਟੀਜ਼ ਕ੍ਰੀਏਟ ਨਹੀਂ ਕਰ ਰਹੇ। ਅਸੀਂ ਕਰੀ ਜਾਂਦੇ ਆ ਵੀ ਨਹੀਂ ਜੀ ਸਰਕਾਰ ਸਾਰੀਆਂ ਨੌਕਰੀਆਂ ਨਹੀਂ ਦੇ ਸਕਦੀ, ਬਟ ਸਾਨੂੰ ਇੱਕ ਮਾਹੌਲ ਬਣਾਉਣ ਦੀ ਲੋੜ ਆ ਜਿਹਦੇ ਵਿੱਚ ਬਾਹਰਲੇ ਲੋਕ ਇਨਵੈਸਟਮੈਂਟ ਕਰਨ ਆ ਕੇ ਇੱਥੇ। ਸਾਡੇ ਵੈਸੇ ਤਾਂ ਦੇਖਿਆ ਜਾਵੇ ਜਿਵੇਂ NRI ਵੀਰ ਸਾਰੇ ਬਾਹਰ ਬੈਠੇ ਨੇ, ਉਹਨਾਂ ਦਾ ਪਿਆਰ ਬਹੁਤ ਆ ਪੰਜਾਬ ਨਾਲ, ਬਟ ਉਹ ਵੀ ਡਰ ਜਾਂਦੇ ਨੇ ਵੀ ਯਾਰ ਇੱਥੇ ਆ ਕੇ ਇਨਵੈਸਟਮੈਂਟ ਕਰੀਏ ਨਾ ਕਰੀਏ। ਸਾਨੂੰ ਉਹ ਜਿਹਾ ਮਾਹੌਲ ਕ੍ਰੀਏਟ ਕਰਨ ਦੀ ਲੋੜ ਆ। ਮੈਂ ਕਹਿੰਦਾ ਵੀ ਸਰਕਾਰਾਂ ਵੀ ਛੱਡ ਦੋ, ਜੇ ਸਾਡੇ ਵੀਰ ਭਾਈ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਹੀ ਅਸੀਂ ਇਹੋ ਜਿਹਾ ਮਾਹੌਲ ਦਈਏ, ਪ੍ਰਾਇੋਰਟੀ ਦੇਈਏ ਉਹਨਾਂ ਨੂੰ। ਅਸੀਂ ਬਾਹਰੋਂ ਵੀ ਤਾਂ ਕਦੇ ਗੁਜਰਾਤ ਤੋਂ, ਕਦੇ ਕਿਤੋਂ, ਕਦੇ ਕੰਪਨੀਆਂ ਲੈ ਕੇ ਆ ਰਹੇ ਹਾਂ। ਵਾਈ ਨਾਟ ਆਰ ਪੀਪਲ? ਉਹਨਾਂ ਨੂੰ ਲੈ ਕੇ ਆਈਏ। ਸਾਡੀ ਤਾਂ ਹੁਣ ਮੈਂ ਸੱਚੀ ਕਹਿਣਾ, ਜਦੋਂ ਮੈਂ ਯੂਥ ਨਾਲ ਕੰਮ ਕਰਦਾ ਪਿਛਲੇ 10-12 ਸਾਲਾਂ ਤੋਂ, ਪਹਿਲਾਂ ਜਿਹੜਾ ਯੂਥ ਸੀਗਾ ਉਹ ਸਾਨੂੰ ਲੱਗਦਾ ਸੀ ਵੀ ਇੱਕ ਆਵਾਜ਼ ਮਾਰੀ ਤੇ 10 ਬੰਦੇ ਇਕੱਠੇ ਹੁੰਦੇ ਸੀ। ਹੁਣ ਬੰਦੇ ਹੀ ਹੈ ਨਹੀਂ, ਬੱਚੇ ਹੀ ਹੈ ਨਹੀਂ, ਕਿਹਦੇ ਲਈ ਕੰਮ ਕਰ ਰਹੇ? ਸੋ ਇਹ ਮੈਟਰ ਕਰਦਾ। ਬਟ ਮੈਂ ਇਹ ਜ਼ਰੂਰ ਕਹਿਣਾ ਵੀ ਟਾਰਗੇਟ ਹਰੇਕ ਨੇ ਹੋਣਾ ਜਿਹਨੇ ਸਿਆਸਤ 'ਚ ਹੋਣਾ। ਮੈਂ ਵੀ ਹੋਊਂਗਾ, ਕੋਈ ਗੱਲਾਂ ਮੈਂ ਕਰੂੰਗਾ, ਹੋਣਾ ਹੀ ਹੋਣਾ, ਬਟ ਸਾਨੂੰ ਪ੍ਰੂਵ ਕਰਨਾ ਪੈਣਾ ਆਪਣੇ ਆਪ ਨੂੰ। ਤੇ ਸਿੱਧੂ ਸਾਹਿਬ ਕੋ 5 ਸਾਲ ਦਾ ਇੱਕ ਮੌਕਾ ਸੀ, ਉਹ 'ਚ ਕੁਛ ਨਹੀਂ ਹੋਇਆ। ਅਖੀਰਲੇ 5 ਸਾਲ 'ਚ ਇੱਕ ਮੈਂ ਹੋਰ ਕਹਾਂ, ਸਿਆਸਤ ਮੁੱਦਿਆਂ ਤੇ ਹੁੰਦੀ, ਜੇ ਆਪਾਂ ਬਾਹਾਂ ਚੜਾ ਲਲਕਾਰੇ ਮਾਰ ਕਰਦੇ ਆ, ਉਹ ਗੱਲਾਂ ਨਹੀਂ ਹੁੰਦੀਆਂ, ਉਹ ਤਾਂ ਇੱਕ ਦੂਜੇ ਨੂੰ ਧਾਉਣ ਵਾਲੀ ਗੱਲ ਆ। ਉਹ ਫੈਕਟ ਪਰਮ ਜੀ ਮੈਂ ਤੁਹਾਡੇ ਨਾਲ ਕਾਫੀ ਚੀਜ਼ਾਂ ਐਗਰੀ ਹੋਵਾਂਗਾ ਕਿਉਂਕਿ ਕੈਪਟਨ ਸਾਹਿਬ ਦਾ ਸਾਰਾ ਗੇਮ ਚੱਲੀ ਹੈਗੀ। ਯੂ ਨੋ ਵੈਰੀ ਬੈਟਰ। ਜੀਵਨ ਗਿੱਲ ਜੀ, ਲੈਟ ਮੀ ਗੋ ਇਨ ਦੈਟ। ਜੀਵਨ, ਐਨੀ ਕੁਐਸਚਨ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਗੁੱਡ ਡਿਸਕਸ਼ਨ ਗੋਇੰਗ ਅਰਾਊਂਡ। ਪਹਿਲੀ ਗੱਲ ਤਾਂ ਜਿਸ ਤਰ੍ਹਾਂ ਪਰਮਜੀਤ ਸਿੰਘ ਆਏ ਹੈਗੇ ਆ, ਇਹ ਯੰਗ ਹੈਗੇ ਆ ਵੀ ਕੈਟੇਗਰੀ ਦੇ ਵਿੱਚੋਂ, ਸਾਨੂੰ ਲੋੜ ਹੈਗੀ ਆ ਉਹ ਜੇ ਨਵੇਂ ਆਈਡੀਆਜ਼ ਲੈ ਕੇ ਆਉਣ ਦੀ, ਜਿਹੜੇ ਬੰਦੇ ਕੋਈ ਚੇਂਜ ਕਰਨ ਦੇ ਚਾਹੁੰਦੇ ਹੈਗੇ। ਪਰ ਕਈ ਵਾਰੀ ਪ੍ਰੋਬਲਮ ਇਹੀ ਆਉਂਦੀ ਹੈਗੀ ਆ, ਜਦੋਂ ਜੰਗ ਕੋਈ ਵੀ ਉੱਥੇ ਇੱਕ ਟਰਾਈ ਕਰਦਾ ਹੈਗਾ, ਕੋਸ਼ਿਸ਼ ਕਰਦਾ ਹੈਗਾ, ਤੇ ਉੱਤੋਂ ਜਿਹੜਾ ਪਾਰਟੀ ਸਟਰਕਚਰ ਹੈਗਾ ਉਹ ਉਹਨਾਂ ਨੂੰ ਫੇਲ ਕਰ ਦਿੰਦਾ ਹੈਗਾ। ਜਾਂ ਐਟ ਦੀ ਐਂਡ ਆਫ ਜਿਹੜਾ ਹੁਣ ਆਪਣਾ ਟ੍ਰੈਂਡ ਚੱਲਿਆ ਹੈਗਾ, ਜੇ ਆਪਾਂ ਵੇਖੀਏ ਪਾਰਟੀਆਂ ਦੇ ਵਿੱਚ, ਇੱਕ ਪਾਰਟੀ ਤੋਂ ਦੂਜੀ ਪਾਰਟੀ, ਦੂਜੀ ਪਾਰਟੀ ਤੋਂ ਤੀਜੀ ਪਾਰਟੀ। ਹੁਣ ਜਿਸ ਹਿਸਾਬ ਨਾਲ ਵੀ ਆਪਾਂ ਨੂੰ ਅੱਜ ਦੇ ਹਿਸਾਬ ਨਾਲ, ਸਟੇਟਸ ਦੇ ਹਿਸਾਬ ਨਾਲ ਲੱਗ ਰਿਹਾ ਹੈਗਾ ਵੀ ਇਹ ਕੋਲੀਸ਼ਨ ਗਵਰਨਮੈਂਟ ਬਣਨ ਦੇ ਚਾਂਸਸ ਜ਼ਿਆਦਾ ਬਣ ਰਹੇ ਹੈਗੇ ਆ। ਤੇ ਉਦੋਂ ਉੱਥੇ ਜਾ ਕੇ ਫੇਰ ਉਹੀ ਬਾਈ ਐਂਡ ਸੈਲ ਹੋਣਾ ਹੈਗਾ। ਤੇ ਉੱਥੇ ਯਾਨੀ ਕਿ ਜੇ ਬੰਦੇ ਹੁਣ ਅਵੇਅਰ ਵੀ ਹੈਗੇ ਆ ਤਾਂ ਦੈਨ ਜੇ ਲੀਡਰ ਉੱਥੇ ਜਾ ਕੇ ਵਿਕ ਜਾਂਦਾ ਹੈਗਾ, ਦੈਨ ਵਾਟ ਇਜ਼ ਦੀ ਪੀਪਲ ਕੈਨ ਡੂ। ਉੱਥੇ ਜਿਹੜਾ ਇਹਨਾਂ ਨੇ ਪੁਆਇੰਟ ਚੱਕਿਆ ਸੀਗਾ, ਅਕਾਊਂਟੇਬਿਲਿਟੀ, ਦੈਟ ਇਜ਼ ਮਸਟ ਹੈ। they have to have something in a written that the accountability, ਚਾਹੇ ਦੀ ਏਜ ਕੈਟੇਗਰੀ ਹੈਗੀ ਆ ਵੀ, ਪਰ ਜੇ 58 ਸਾਲ ਉੱਥੇ ਰਿਟਾਇਰਮੈਂਟ ਏਜ ਹੈਗੀ ਆ, ਕਿਉਂ 90 ਤੋਂ 100 ਸਾਲ ਵਾਲੇ ਬੰਦੇ ਉੱਥੇ ਯਾਨੀ ਕਿ ਪੋਲਿਟਿਕਸ ਦਾ ਖੇੜਾ ਨਹੀਂ ਛੱਡਦੇ ਹੈਗੇ। ਜਦੋਂ ਕਿ ਸਾਡੇ ਇੱਥੇ ਇਹ ਚੀਜ਼ ਹੁੰਦੀ ਹੈਗੀ ਆ ਵੀ ਇੱਕ ਵਾਰੀ ਲੀਡਰ ਜੇ ਪਾਰਟੀ ਉਹਦੀ ਲਾਸਟ ਕਰ ਜਾਂਦੀ ਹੈਗੀ, he has to step aside, ਤੇ ਸਾਡੇ ਉੱਥੇ ਉਹ ਲੀਡਰ ਛੱਡਦੇ ਹੀ ਨਹੀਂ ਹੈਗੇ। ਇਸੇ ਕਰਕੇ ਉਹ ਜਿਹੜਾ ਗੰਧਲਾਪਣ ਬਣ ਰਿਹਾ ਹੈਗਾ, ਤਾਂ ਫਿਰ ਉਹ ਇਸੇ ਕਰਕੇ ਉਹ ਇਹੋ ਜਿਹੇ ਇਸ਼ੂ ਜਿਹੜੇ ਹੈਗੇ ਆ, ਚਾਹੇ ਉਹਦੇ ਨਵਜੋਤ ਸਿਸਟਮ ਦਾ ਕੀਤਾ ਹੈਗਾ, ਚਾਹੇ ਹੋਰ ਅਸੀਂ ਇਸ਼ੂ ਕਰ ਰਹੇ ਹੈਗੇ, ਸੇਫ ਸੀਟ ਤੇ ਉਹ ਰਨ ਕਰ ਰਹੇ ਹੈਗੇ, ਉਹ ਆਪਦੇ 75-25 ਵਾਲੀਆਂ ਜਿਹੜੀਆਂ ਗੱਲਾਂ ਚੱਲਦੀਆਂ ਹੈਗੀਆਂ, ਉਹ ਇਸੇ ਰੀਜ਼ਨ ਕਰਕੇ ਚੱਲਦੀਆਂ ਹੈਗੀਆਂ ਵੀ ਦੈਟ ਇਜ਼ ਵਟ ਪੀਪਲ ਆਰ ਲੁਕਿੰਗ ਅਰਾਊਂਡ। ਉਹੀ ਸਿਨੈਰੀਓ। ਹਾਂ, ਉਹਨਾਂ ਦੀਆਂ ਆਪਦੀਆਂ ਨੀਡਸ ਕੁਝ ਹੁੰਦੀਆਂ ਹੈਗੀਆਂ, ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈਗਾ ਵੀ ਚਾਹੇ ਉਹਨੂੰ ਪੁਲਿਸ ਸਟੇਸ਼ਨ ਤਾਈਂ ਕੋਈ ਮਕਸਦ ਹੈਗਾ, ਉਹਨੇ ਉਹੀ ਇੰਟਰਸਟ ਵੇਖਣਾ, ਉਹਨੇ ਇਹ ਨਹੀਂ ਵੇਖਣਾ ਹੈਗਾ ਵੀ who is going to be a best candidate। ਸਾਡਾ ਜਿਹੜਾ ਯਾਨੀ ਕਿ ਨਾਰਥ NRIs ਬੈਠੇ ਹੈਗੇ ਆ, ਉਹ ਸਦਾ ਹੀ ਚਾਹੁੰਦੇ ਹੈਗੇ ਸਾਨੂੰ ਯਾਨੀ ਕਿ ਠੰਡੀਆਂ ਹਵਾਵਾਂ ਆਉਣ ਪੰਜਾਬ ਤੋਂ, ਅਸੀਂ ਉੱਥੋਂ ਐਂਟਰਟੇਨ ਕਰੀਏ। ਸਾਡਾ ਉਦੋਂ ਜ਼ਿਆਦਾ ਇੰਟਰਸਟ ਹੁੰਦਾ ਹੈਗਾ ਇੱਥੋਂ ਦੀ ਪੋਲਿਟਿਕਸ ਨੂੰ, ਉੱਥੋਂ ਦੀ ਪੋਲਿਟਿਕਸ ਨੂੰ, ਹਾਊ ਵੀ ਕੈਨ ਮੇਕ ਇਟ ਚੇਂਜ। ਤੇ ਉਹਦੇ ਵਾਸਤੇ ਇਹੀ ਚੀਜ਼ ਹੈਗੀ ਆ। ਇੱਕ ਮੈਨੂੰ ਤੁਹਾਡੇ ਤੇ ਕੁਐਸਚਨ ਹੈਗਾ ਵੀ ਜੇ ਕੱਲ ਨੂੰ ਤੁਸੀਂ ਇਲੈਕਟ ਹੋ ਜਾਂਦੇ ਹੈਗੇ ਆ, ਤਾਂ ਜਿਹੜਾ ਪਾਰਟੀ ਸਟਰਕਚਰ ਹੈ
ਦੇ ਉੱਤੇ ਹੋਇਆ ਹੈਗਾ, ਚਾਹੇ ਯਾਨੀ ਕਿ ਮਜੀਠੀਆ ਸਾਹਿਬ ਨੇ ਉੱਥੇ ਜਾ ਕੇ ਲੜਨਾ ਹੈਗਾ, ਚਾਹੇ ਉਹ 2 ਸੀਟਾਂ ਤੋਂ ਲੜ ਰਹੇ ਹੈਗੇ ਆ, ਉਹੋ ਜਿਹੀਆਂ ਚੀਜ਼ਾਂ ਸਾਨੂੰ ਰੋਕਣੀਆਂ ਚਾਹੀਦੀਆਂ, ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਲੋਕਾਂ ਤੇ ਭਾਰ ਪੈਣਾ ਹੈਗਾ। ਜਦੋਂ ਤੁਸੀਂ ਚਾਹੇ ਚੰਨੀ ਸਾਹਿਬ ਨੇ 2 ਸੀਟਾਂ ਤੋਂ ਲੜ ਰਹੇ ਹੈਗੇ ਆ, ਚਾਹੇ ਬਿਕਰਮ ਮਜੀਠੀਆ ਲੜ ਰਹੇ ਹੈਗੇ ਆ, ਉਹ ਅੱਗੇ ਆ ਰਿਹਾ ਟੌਪਿਕ, ਆਪਾਂ ਜੀਵਨ ਦੀ ਉਹਦੇ 'ਚ ਡਿਸਕਸ ਕਰਾਂਗੇ। ਅੱਗੇ ਟੌਪਿਕ ਆ ਰਿਹਾ, ਉਹ ਅਲੱਗ ਟੌਪਿਕ ਆ ਰਿਹਾ। ਮੈਂ ਇੱਥੇ ਪਰਮਜੀਤ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਇਹਦੇ ਨਾਲ ਹੀ। ਰੱਬ ਕਰੇ ਤੁਸੀਂ ਕਾਮਯਾਬ ਹੋ ਜਾਓ, MLA ਬਣ ਜਾਓ, ਤੁਸੀਂ ਮਿਨਿਸਟਰ ਵੀ ਬਣ ਜਾਓ, ਔਰ ਮਿਨਿਸਟਰ ਬਣ ਕੇ ਤੁਸੀਂ ਆਪਣੇ ਯੰਗ ਜਿਹੜੇ ਤੁਹਾਡੇ ਆਈਡੀਆਜ਼ ਨੇ ਉਹਨਾਂ ਨੂੰ ਲੈ ਕੇ ਜਾਓ, ਪਰ ਤੁਹਾਡੀ ਟੀਮ ਹੈ ਜਿਹੜੀ ਉਹ ਤੁਹਾਨੂੰ ਚੱਲਣ ਹੀ ਨਾ ਦੇਵੇ, ਉਹ ਤੁਹਾਡਾ ਕੁਝ ਵੀ ਨਾ ਤੁਹਾਨੂੰ ਕਰਨ ਦੇਵੇ, ਤੇ 5 ਸਾਲਾਂ ਬਾਅਦ ਫਿਰ ਤੁਸੀਂ ਕੀ ਕਰੋਗੇ? ਤੇ ਲੋਕ ਤੁਹਾਨੂੰ ਪੁੱਛਣਗੇ ਵੀ ਤੁਸੀਂ ਵੀ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਰਹੇ ਹੋ, ਸਤਾ ਬਣਾਉਂਦੇ ਰਹੋ, ਜਿਸ ਤਰ੍ਹਾਂ ਨਵਜੋਤ ਤੇ ਬਲੇਮ ਲੱਗਦੇ ਨੇ। ਆਮ ਜਸਟ ਐਜ਼ ਅ ਡੈਵਲ ਐਡਵੋਕੇਟ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਕਿ ਤੁਹਾਡੇ ਕਿੰਨੀ ਵੀ ਨੇਕ ਨੀਅਤ ਹੋਵੇ ਕਿ ਤੁਹਾਨੂੰ ਮਸ਼ੀਨਰੀ ਜਿਹੜੀ ਹੈ ਤੁਹਾਨੂੰ ਉਹ ਚੱਲਣ ਹੀ ਨਾ ਦੇ, ਔਰ ਤੁਹਾਨੂੰ ਉਹ ਮਤਲਬ ਜਿਨ੍ਹਾਂ ਦੇ ਵੈਸਟਡ ਇੰਟਰਸਟ ਨੇ ਤੁਹਾਨੂੰ ਅੱਗੇ ਆਉਣ ਹੀ ਨਾ ਦੇਣ, what would you do then? ਤੇ ਫਿਰ ਕਿਵੇਂ ਤੁਸੀਂ ਫੀਲ ਕਰੋਗੇ ਤੇ ਕਿਵੇਂ ਲੋਕਾਂ ਨੂੰ ਜਵਾਬ ਦਿਓਗੇ? ਦੇਖੋ, ਮੈਂ ਇੱਕ ਗੱਲ ਕਹਿਣਾ ਵੀ ਜਿਹੋ ਜਿਹਾ ਬੰਦਾ ਹੁੰਦਾ ਨਾ, ਜੈਸੀ ਸੰਗਤ ਵੈਸੀ ਰੰਗਤ ਹੋ ਜਾਂਦੀ ਹੈ ਜੀ। ਬੰਦੇ ਨੂੰ ਪਹਿਲਾਂ ਤਾਂ ਆਪਣਾ ਜਿਹੜੇ ਆਲੇ ਦੁਆਲੇ ਬੰਦੇ ਨੇ ਪੋਜ਼ਿਟਿਵ ਮਾਈਂਡਸੈਟ ਵਾਲੇ ਤੇ ਜਿਹੜੇ ਚੰਗੀ ਸੋਚ ਲੈ ਕੇ ਅੱਗੇ ਚੱਲਣਾ, ਉਹ ਚ ਬੰਦੇ ਚਾਹੀਦੇ ਆ। ਸੈਕੰਡਲੀ ਇਹ ਹੁੰਦਾ ਵੀ ਤੁਸੀਂ ਆਪਣੇ ਮਿਸ਼ਨ ਤੇ ਚੱਲਦੇ ਰਹੋ। ਮੈਂ ਇੱਕ ਏਮ ਲੈ ਕੇ ਜ਼ਰੂਰ ਇਹ ਸਿਆਸਤ ਚ ਆਇਆ ਸੀ ਵੀ ਮੈਂ ਕਦੇ ਕਿਸੇ ਨੂੰ ਨੀਵਾਂ ਜਾਂ ਥੱਲੇ ਦਿਖਾਉਣ ਦੀ ਰਾਜਨੀਤੀ ਨਹੀਂ ਕਰਨੀ, ਆਪਾਂ ਨੇ ਅੱਗੇ ਵਧਣਾ। ਲੈਟ ਇਟ ਵੀ ਜਿੰਨੇ ਮਰਜ਼ੀ ਚੈਲੰਜਸ ਹੋਣ, ਜੇ ਠੀਕ ਆ, ਜੇ ਕੋਈ ਚੰਗਾ ਤੁਹਾਨੂੰ ਪਿੱਛੇ ਖਿੱਚਦੇ ਨੇ, ਜੇ ਤੁਸੀਂ ਲਾਈਨ 'ਚ ਲੱਗੇ ਰਹਿੰਦੇ ਤਾਂ ਉਹ ਵੀ ਕਿਤੇ ਨਾ ਕਿਤੇ ਜਾ ਕੇ ਰਿਅਲਾਈਜ਼ ਕਰਦੇ ਨਾ, ਡੋਂਟ ਸੇ ਕਿ ਇੱਕ ਦਿਨ ਦੇ ਵਿੱਚ ਸਿਸਟਮ ਚੇਂਜ ਹੋ ਜੂ, ਬਟ ਮੇਰਾ ਐਫਰਟ ਆ ਵੀ ਆਈ ਵਿਲ ਸਟਾਰਟ ਫਰਮ ਬਿਗਨਿੰਗ, ਇੱਕ ਇੱਕ ਕਰਕੇ ਚੇਂਜ ਕਰਾਂਗੇ। ਤੇ ਮੈਂ ਦੇਖੋ, ਇੱਕ ਮੈਨੂੰ ਲੋਕ ਕਹਿੰਦੇ ਨੇ ਵੀ ਤੂੰ ਕੀ ਸੋਚਦਾ, ਮੈਂ ਕਹਿੰਦਾ ਮੈਂ ਵੀ ਬਹੁਤ ਸੈਲਫਿਸ਼ ਆ। ਸੈਲਫਿਸ਼ ਮੈਂ ਇਸ ਲਈ ਆ ਕਿਉਂਕਿ ਇਸੇ ਸੁਸਾਇਟੀ 'ਚ ਮੇਰੇ ਪਰਿਵਾਰ ਰਹਿ ਰਿਹਾ, ਮੇਰੇ ਬੱਚਿਆਂ ਨੇ ਵੀ ਇੱਥੇ ਰਹਿਣਾ। ਆਈ ਹੈਵ ਟੂ ਲੁੱਕ ਫॉर them। ਜੇ ਮੈਂ ਛੱਡਦਾ ਬਾਕੀ ਸਾਰਿਆਂ ਨੂੰ ਛੱਡਦਾ ਜੀ, ਮੈਨੂੰ ਬਾਕੀਆਂ ਨਾਲ ਮਤਲਬ ਨਹੀਂ। ਜੇ ਮੈਂ ਆਪਣੇ ਪਰਿਵਾਰ ਨੂੰ ਸਾਂਭਣਾ ਤਾਂ ਮੈਨੂੰ ਪੰਜਾਬ ਨੂੰ ਸਾਂਭਣਾ ਹੀ ਪੈਣਾ, ਬਿਕੋਜ਼ ਅਸੀਂ ਕਦੋਂ ਤੱਕ ਛੱਡ ਕਿੱਥੋਂ ਜਾਈ ਜਾਵਾਂਗੇ। ਹੁਣ ਆ ਕਿਸਾਨ ਅੰਦੋਲਨ ਹੋਇਆ, ਸਾਰਿਆਂ ਨੇ ਬਹੁਤ ਸਾਥ ਦਿੱਤਾ। ਮੈਂ ਉੱਥੇ ਵੀ ਗੱਲ ਕਰਦਾ ਹੁੰਦਾ ਸੀ ਵੀ ਅਸੀਂ ਜ਼ਮੀਨਾਂ ਦੇ ਲਈ ਬੈਠੇ ਆ, ਪਰ ਜ਼ਮੀਨ ਬਚਾ ਕਿਹਦੇ ਲਈ ਰਹੇ ਆ? ਕਿਉਂਕਿ ਅਸੀਂ ਦੇਖੋ, ਇੱਕ ਗੱਲ ਮੰਨਣ ਵਾਲੀ ਆ, ਸਾਡੇ ਬਜ਼ੁਰਗਾਂ ਨੇ ਸਾਨੂੰ ਪੜ੍ਹਾ ਲਿਖਾ ਕੇ, ਮੈਂ ਵੀ ਹੁਣ ਬਾਹਰੋਂ ਲੰਡਨ ਤੋਂ ਪੜ੍ਹ ਕੇ ਆਇਆ, ਜਦੋਂ ਮੈਂ ਇੱਥੇ ਸਿਸਟਮ 'ਚ ਆਇਆ ਤਾਂ ਸਿਸਟਮ ਉਸ ਹਿਸਾਬ ਨਾਲ ਚੇਂਜ ਨਹੀਂ ਹੋਇਆ ਜਿਸ ਹਿਸਾਬ ਨਾਲ ਸਾਡੀ ਐਜੂਕੇਸ਼ਨ ਦੇ ਹਿਸਾਬ ਨਾਲ ਹੋ ਗਿਆ। ਸਾਨੂੰ ਤੁਸੀਂ ਸਿਖਾਇਆ, ਦੇਖੋ ਤੁਸੀਂ ਸਾਰੇ ਬਹੁਤ ਸਤਿਕਾਰਯੋਗ ਹੋ, ਸਾਨੂੰ ਸਿਖਾਇਆ ਜਾਂਦਾ ਵੀ ਹੱਕਾਂ ਲਈ ਖੜ ਜਾਓ, ਕਿਸੇ ਨਾਲ ਧੱਕਾ ਨਾ ਹੋਣ ਦਿਓ, ਆਪਣੇ ਹੱਕ ਲੈ ਕੇ ਰਹੋ। ਪਰ ਜੇ ਅੱਜ ਇਹ ਸੁਸਾਇਟੀ 'ਚ ਅਸੀਂ ਇਹ ਕੰਮ ਕਰਨ ਜਾਂਦੇ ਹਾਂ ਤਾਂ ਗਾਲਾਂ ਖਾ ਕੇ ਸ਼ਾਮ ਤੱਕ ਮੁੜ ਆਵਾਂਗੇ। ਉਹ ਸੁਸਾਇਟੀ ਨੂੰ ਚੇਂਜ ਕਰਨਾ ਪੈਣਾ, ਤਾਂ ਵੀ ਹੈਵ ਟੂ ਪੁੱਟ ਐਨ ਐਫਰਟ। ਮੈਂ ਵੀ ਦੱਸਦਾ ਤੁਹਾਨੂੰ, ਜਦੋਂ ਆਪਾਂ ਸੱਚੇ ਮਨ ਨਾਲ ਚੱਲਦੇ ਨੇ ਤੇ ਇੱਕ ਨਾ ਕੜੀ ਜੁੜਦੀ ਰਹਿੰਦੀ ਆ। ਹੁਣ ਅੱਜ ਮੈਂ ਇਸ ਪਲੇਟਫਾਰਮ ਤੇ ਖੜਾ, ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਆ, ਮੈਂ ਕਿਸੇ ਕੋਲ ਗਿਆ ਨਹੀਂ, ਮੈਂ ਸੱਚੀ ਤੁਹਾਨੂੰ ਦੱਸਾਂ। ਉਹ ਤਾਂ ਮੈਂ ਆਪਣਾ ਇੱਥੇ ਮੈਂ ਸੋਸ਼ਲ ਆਰਗੇਨਾਈਜੇਸ਼ਨ ਬਣਾ ਕੇ ਕੰਮ ਕਰਦਾ ਲੋਕਾਂ ਦਾ ਪਿਆਰ ਸਤਿਕਾਰ ਇੰਨਾ ਮਿਲਿਆ ਕਿ ਮੈਂ ਇੱਥੇ ਤੋਂ ਕਿੱਥੇ ਪਹੁੰਚ ਗਿਆ। ਇਸ ਟਾਈਮ ਤੇ ਮੇਰਾ ਜਿਹੜਾ ਫਰਸਟ ਏਮ ਆ, ਬਿਕੋਜ਼ ਮੈਂ ਫਰਸਟ ਟਾਈਮ ਇਲੈਕਸ਼ਨ ਕੰਟੈਸਟ ਕਰ ਰਿਹਾ, ਤੇ ਇਸ ਲਈ ਮੇਰਾ ਏਮ ਸਿਰਫ ਆਪਣੇ ਏਰੀਆ ਦੇ ਲੋਕਾਂ ਨੂੰ ਮੈਂ ਰੱਖਿਆ ਸੀਗਾ ਵੀ ਪਹਿਲਾਂ ਮੇਰੀ ਪ੍ਰਾਇੋਰਟੀ ਆ ਮੇਰਾ ਘਰ, ਮੇਰਾ ਸਮਰਾਲਾ। ਮੈਂ ਇਹਨੂੰ ਕਿਸੇ ਵੀ ਤਰੀਕੇ ਮੈਂ ਇੱਥੇ ਐਗਜ਼ਾਮਪਲ ਸੈੱਟ ਕਰਨੀ ਚਾਹੁੰਦਾ ਵੀ ਲੋਕ ਫੋਲੋ ਤਾਂ ਕਰਨ। ਦੇਖੋ, ਆਪਣੇ ਘਰ ਦੀ ਸਫਾਈ ਕਰਾਂਗੇ ਤਾਂ ਆਪਣੇ ਪੰਜਾਬ ਦੀ ਸਫਾਈ ਹੋਣੀ। ਪਰਮਜੀਤ ਜੀ, ਮੈਂ ਡਾਕਟਰ ਰਮੇਸ਼ ਤੇ ਚੀਮਾ ਸਾਹਿਬ ਤੇ ਆ ਰਿਹਾ। ਇਸ ਤੋਂ ਬਾਅਦ ਤੁਹਾਨੂੰ ਅਸੀਂ ਐਕਸਪੈਕਟ ਇਹ ਕਰਦੇ ਹਾਂ ਐਜ ਐਜੂਕੇਟਡ ਪਰਸਨ ਕਿ ਜਿਵੇਂ ਕੋਈ ਪਾਰਟੀ ਦੇ ਵਿੱਚ ਯੰਗ ਪੀਪਲ ਖੜੇ ਹੋ ਜਾਣ, ਆਪਣੇ ਬੌਸ ਨੂੰ ਵੀ ਦੱਸ ਦੇਣ ਕਿ ਆਈ ਐਮ ਨਾਟ ਯੂਰ ਸਲੇਵ, ਆਈ ਨੋ ਵਾਟ ਆਈ ਐਮ ਡੂਇੰਗ। ਜੇ ਤੁਸੀਂ ਉਹਨੂੰ ਸਲੂਟ ਹੀ ਮਾਰਦੇ ਰਹਿ ਗਏ ਕਿ ਜੀ ਇਹ ਕੇਜਰੀਵਾਲ ਸਾਹਿਬ ਆ ਗਏ, ਭਗਵੰਤ ਮਾਨ ਖੜਾ ਹੋਏ ਆ ਗਏ ਜੀ, ਆਪਣੇ ਸੁਖਬੀਰ ਜੀ ਆ ਗਏ ਜੀ, ਸਤਿ ਸ੍ਰੀ ਅਕਾਲ ਜੀ, ਬੱਲੇ। ਔਰ ਤੁਸੀਂ ਯੂ ਹੈਵ ਟੂ ਟੈਲ them you are an MBA, I am also a qualified person, I have to change this word. Dr. ਰਮੇਸ਼ ਸਿੰਘ ਜੀ, ਪਲੀਜ਼ ਗੋ ਹੈਡ। ਰਮੇਸ਼ ਜੀ, ਇਹਨੂੰ ਪਰਮਜੀਤ ਉਹਨਾਂ ਨੂੰ ਹਾਂਜੀ ਕਰੋ, ਇਹਨਾਂ ਨੂੰ ਕੁਐਸਚਨ ਕਰੋ, ਸਮਾਂ ਤੇ ਆਪਾਂ। ਹਾਂਜੀ ਪਰਮਜੀਤ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਤੁਹਾਡੇ ਵਿਚਾਰ ਸੁਣ ਕੇ ਮੈਨੂੰ ਬਹੁਤ ਸੋਹਣਾ ਲੱਗਿਆ ਕਿ ਤੁਹਾਡੇ ਵਰਗੇ ਯੰਗ ਬੱਚੇ ਜਿਹੜੇ ਆ ਪੋਲੀਟੀਕਲ ਅਰੀਨਾ ਦੇ ਵਿੱਚ ਆ ਰਹੇ ਨੇ ਤੇ ਵਿਦ ਗੁੱਡ ਕੁਆਲੀਫਿਕੇਸ਼ਨ, ਔਰ ਨਾਲੇ ਤੁਹਾਡੀ ਜਿਹੜੀ ਅਵੇਅਰਨੈਸ ਹੈ ਬੀਇੰਗ ਫਰਮ ਇੰਗਲੈਂਡ, even though you spent 3 years there, but being from there and getting back and going back to your own native place. ਅਸੀਂ ਸੋਚਦੇ ਰਹਿ ਗਏ 32 ਸਾਲਾਂ 'ਚ, ਅਸੀਂ ਪਹਿਲਾਂ ਆਏ ਸੀ ਤੇ ਵਾਪਸ ਚਲ ਜਾਣਾ, ਠੀਕ ਹੈ ਨਾ ਜੀ। ਉਹ ਸਾਤੋਂ ਨਹੀਂ ਹੋਇਆ, ਤੁਸੀਂ ਉਹ ਕਰਕੇ ਕੰਮ ਦਿਖਾਤਾ ਤੇ ਉਹਦੇ ਲਈ ਮੈਂ ਤੁਹਾਨੂੰ ਵਧਾਈ ਦਿੰਦਾ। ਨਾਲ ਜਿਹੜਾ ਹੈਗਾ ਜਿੱਦਾਂ ਪਿਸ਼ੌਰਾ ਜੀ ਨੇ ਕਿਹਾ ਭਈ ਜਦੋਂ ਤੁਹਾਡੀ ਆਪਣੀ ਬੌਸ ਜਾਂ ਪੋਲੀਟੀਕਲ ਪਾਰਟੀ ਨਾ ਤੁਹਾਨੂੰ ਦੇਵੇ ਉਹ ਚਾਂਸ,
ਤੇ ਤੁਸੀਂ ਫਰਸਟ੍ਰੇਟ ਹੋ ਜਾਂਦੇ ਹੋ ਤੇ ਲੋਕਾਂ ਨੂੰ ਆਊਟਪੁੱਟ ਨਹੀਂ ਦਿਖਾ ਸਕਦੇ ਏਡੀ, ਠੀਕ ਹੈ ਨਾ। ਤੇ NGO ਚਲਾਉਣੀਆਂ, ਕਿਉਂਕਿ ਮੈਂ ਵੀ ਇੱਥੇ ਅਮਰੀਕਾ 'ਚ ਵੀ NGO ਸ਼ੁਰੂ ਕੀਤੀ 93 ਤੋਂ ਮੈਂ NGO ਚਲਾ ਰਿਹਾ, ਨਾਲ ਨਾਲ ਆਪਣੇ ਕੰਮ ਵੀ ਕਰ ਰਿਹਾ, ਰੋਟੀ ਪਾਣੀ ਵੀ ਦੇ ਰਿਹਾ, ਬੱਚਿਆਂ ਨੂੰ ਵੀ ਪਾਲਿਆ। ਤੇ NGO ਚਲਾਉਣੀਆਂ ਜਿਹੜੀਆਂ ਹੈਗੀਆਂ ਉਹ ਹੋਰ ਤਰ੍ਹਾਂ ਦਾ ਕੰਮ ਹੈ। ਰਾਈਟ। ਜਿਹੜਾ ਪੋਲੀਟੀਕਲ ਅਰੀਨਾ ਦੇ ਵਿੱਚ ਜੰਪ ਕਰਨਾ, ਇਹਦੇ ਵਿੱਚ ਤੁਹਾਡੇ ਤੁਸੀਂ ਆਪਣੇ ਫੈਮਿਲੀ ਦੇ ਵਿੱਚ ਇਹ ਦੇਖ ਲਓ, ਇੱਕ ਬੰਦਾ ਜਿਹੜਾ ਉੱਪਰ ਉੱਠਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਆਲੇ ਦੁਆਲਾ ਸ਼ਰੀਕਾ ਜਿਹੜਾ ਉਹਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਦਾ, ਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਕਿੱਦਾਂ ਬਚੋਗੇ? ਦੇਖੋ ਮੈਂ ਡਾਕਟਰ ਸਾਹਿਬ ਇੱਕ ਗੱਲ ਤੁਹਾਨੂੰ ਦੱਸਦਾ ਜੀ, ਹਾਂਜੀ। ਪਤਾ ਨਹੀਂ ਹੁਣ ਤੱਕ ਜਿਹੜਾ ਮੈਂ ਹੁਣ ਜਿੱਥੇ ਤੱਕ ਆਇਆ ਰਾਜ ਦੇ ਵਿੱਚ, ਸੋ ਫਾਰ ਸੋ ਗੁੱਡ ਵਾਲਾ ਕੰਮ ਰਿਹਾ। ਮੈਨੂੰ ਐਪਰੀਸ਼ੀਏਸ਼ਨ ਇਹ ਮਿਲੀ ਆ ਜਿੱਥੇ ਮੈਂ ਗਿਆ, ਚਾਹੇ ਉਹ ਸਾਡੀ ਸੀਨੀਅਰ ਲੀਡਰਸ਼ਿਪ 'ਚ ਸੁਖਬੀਰ ਬਾਦਲ ਜੀ ਸੀ ਜਾਂ ਕੋਈ ਸੀ। ਸਗੋਂ ਗੱਲ ਪਤਾ ਕੀ ਹੁੰਦੀ ਆ ਜੀ, ਤੁਹਾਡੇ ਥੋੜਾ ਇਹ ਵੀ ਚਾਹੀਦਾ ਵੀ ਤੁਸੀਂ ਕੋਈ ਪੁਆਇੰਟ ਪੁੱਟ ਅਪ ਕਰੋ ਉਹਨਾਂ ਕੋਲ। ਹੁਣ ਮੇਰਾ ਏਰੀਆ ਜੀ, ਦੇਖੋ ਮੇਰੇ ਏਰੀਆ ਦੇ ਵਿੱਚ ਇੱਕ ਫੂਡ ਪ੍ਰੋਸੈਸਿੰਗ ਯੂਨਿਟ ਆਇਆ ਸੀ, CNN ਤੇ ਇਫਕੋ ਕੰਪਨੀ ਨੇ ਰਲ ਕੇ ਲਾਉਣਾ ਸੀ, ਜਿਹੜਾ 3 ਸਾਲ ਪਹਿਲਾਂ ਆਇਆ ਸੀ, ਤੇ ਇਟ ਇਜ਼ ਵਨ ਆਫ ਦਾ ਬਿਗੇਸਟ ਫੂਡ ਪ੍ਰੋਸੈਸਿੰਗ ਯੂਨਿਟ ਇਨ ਨਾਰਥ ਇੰਡੀਆ। ਤੇ ਗਰਾਊਂਡ ਰਿਐਲਿਟੀ ਉਹਦੀ ਇਹ ਆ ਵੀ ਸਿਰਫ ਉਹਦੀ ਬਾਉਂਡਰੀ ਵਾਲ ਹੋ ਕੇ ਉੱਥੇ ਰੁਕ ਗਿਆ, ਕਿਸੇ ਨੇ ਉਹਦਾ ਮੁੱਦਾ ਨਹੀਂ ਚੱਕਿਆ। ਸੋ ਮੈਂ ਪਹਿਲਾਂ ਪੁੱਟ ਫਾਰਵਰਡ ਕੀਤਾ ਆਪਣਾ ਵੀ ਮੈਨੂੰ ਚਾਹੀਦਾ ਵੀ ਜਦੋਂ ਸਾਡੀ ਸਰਕਾਰ ਆਵੇ, ਆਈ ਵਾਂਟ ਇਟ ਟੂ ਬੀ ਵਰਕਿੰਗ, ਬਿਕਾਜ਼ ਉਹਦੇ ਨਾਲ ਮੇਰੇ ਏਰੀਆ ਦੇ ਵਿੱਚ ਜੌਬ ਓਪਰਚੁਨਿਟੀਜ਼ ਬਹੁਤ ਕ੍ਰੀਏਟ ਹੋਣੀਆਂ ਨੇ, ਕਿਉਂਕਿ ਇੱਕ ਰੂਰਲ ਬੈਲਟ ਆ, ਸਾਰੇ ਲੋਕ ਇੱਥੇ ਜ਼ਮੀਨ ਨਾਲ ਜੁੜੇ ਹੋਏ ਨੇ। ਸੋ ਵੀ ਵਾਂਟ ਸੱਚ ਪ੍ਰੋਜੈਕਟਸ ਟੂ ਵਰਕ ਔਨ। ਸੈਕੰਡਲੀ ਹੁਣ ਦੇਖੋ ਇੱਥੇ ਮੱਛਵਾੜਾ ਸਾਹਿਬ ਆ ਸਾਡੇ, ਉੱਥੇ ਜਿਵੇਂ ਬਾਕੀ ਸਾਵਾਂ ਤੇ ਵਿਰਾਸਤੀ ਮਾਰਗ ਬਣੇ ਨੇ ਨਾ ਜੀ, ਮੈਂ ਉਹਦੀ ਵੀ ਰੱਖੀ ਆ ਵੀ ਮੇਰੇ ਏਰੀਆ ਦੇ ਵਿੱਚ ਇਹ ਕਰੋ। ਉਹ ਸੁਣਦੇ ਨੇ, ਬਿਕਾਜ਼ ਸਾਨੂੰ ਪਹਿਲਾਂ ਨਾ ਲੈ ਕੇ ਜਾਣਾ ਪੈਣਾ ਕੋਈ ਨਾ ਕੋਈ ਪ੍ਰੋਜੈਕਟ ਵੀ ਆਹ ਚੀਜ਼ ਅਸੀਂ ਕਰਨੀ ਚਾਹੁੰਦੇ ਆ, ਬਿਕਾਜ਼ ਤੁਹਾਡੀ ਆਪਣੇ ਵੀ ਇੰਟਰਨਲ ਹੋਣਾ ਚਾਹੀਦਾ ਵੀ ਅਸੀਂ ਕੀ ਕਰਨਾ, ਰਾਦਰ ਦੈਨ ਕਿ ਅਸੀਂ ਦੇਖੋ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਕੱਲਾ ਇਸ ਲਈ MLA ਨਹੀਂ ਬੰਦਾ ਬਣਦਾ ਵੀ ਜਾ ਕੇ ਵਿਆਹ ਭੋਗਾਂ ਤੇ ਮੱਥਾ ਟੇਕ ਕੇ ਆ ਜਾਓ। ਉਹ ਸਾਨੂੰ ਕੋਈ ਨਹੀਂ ਵੀ ਬੁਲਾਊਗਾ ਤਾਂ ਵੀ ਅਸੀਂ ਜਾਵਾਂਗੇ, ਵਿੱਚ ਵੱਜਾਂਗੇ ਜਾ ਕੇ, ਬਿਕਾਜ਼ ਹਾਂ ਸਾਡੇ ਦੁੱਖ ਸੁੱਖ ਜਾਣਾ ਫਰਜ਼ ਆ ਸਾਡਾ, ਬਟ ਉੱਥੇ ਜਾ ਕੇ ਸਾਨੂੰ ਸਿਰਫ ਇਹ ਲੱਗਦਾ ਰਹਿੰਦਾ ਵੀ ਆਡੀਅנס ਆ ਸਾਡੇ ਸਾਹਮਣੇ ਤੇ ਅਸੀਂ ਬੋਲਣਾ ਜਾ ਕੇ। ਦੇਖੋ ਇਹ ਸਿਆਸਤ ਇੱਥੇ ਆ ਗਈ ਆ, ਬਟ ਆਪਾਂ ਨੂੰ ਮੁੱਦੇ ਲੈ ਕੇ ਜਾਣੇ ਪੈਣੇ। ਜਿਹੜਾ ਮੈਂ ਵਿਰਾਸਤੀ ਮਾਰਗ ਦੀ ਗੱਲ ਕਰਦਾ, ਜੇ ਮੈਨੂੰ ਪੁੱਛਿਆ ਵੀ ਉਹਦਾ ਫਾਇਦਾ ਕੀ ਆ, ਉਹਨਾਂ ਟੂਰਿਜ਼ਮ ਆਊਗਾ, ਸਾਡੇ ਰਿਲੀਜੀਅਸ ਟੂਰਿਜ਼ਮ ਵਧੂਗਾ, ਇਨਵੈਸਟਮੈਂਟਸ ਆਉਣਗੀਆਂ। ਟਿਲ ਦਾ ਟਾਈਮ ਆਈ ਡੋਂਟ ਗੈਟ ਦ ਇਨਵੈਸਟਮੈਂਟ ਫਰਮ ਆਊਟਸਾਈਡ, ਉਦੋਂ ਤੱਕ ਮੇਰੇ ਏਰੀਆ ਦੀ ਡਿਵੈਲਪਮੈਂਟ ਨਹੀਂ ਹੋਣੀ। ਬਟ ਮੈਂ ਇਹ ਤੁਹਾਨੂੰ ਸੱਚੀ ਕਹਿਣਾ, ਜਦੋਂ ਮੈਂ ਪੁਆਇੰਟਸ ਪੁੱਟ ਅਪ ਕੀਤੇ ਉਹਨਾਂ ਸਾਹਮਣੇ, ਉਹਨਾਂ ਨੇ ਵੀ ਇਹ ਗੱਲ ਮੰਨੀ, ਯਾਰ ਵੀ ਵਧੀਆ ਗੱਲ ਤੂੰ ਕੀਤੀ ਆ, ਇਹੋ ਜਿਹੇ ਪ੍ਰੋਜੈਕਟ ਵੱਡੇ ਨਹੀਂ ਹੈਗੇ, ਬਟ ਕੋਈ ਲੈ ਕੇ ਨਹੀਂ ਜਾਂਦਾ। ਅਸੀਂ ਸਿੰਪਲੀ ਰਿਲਾਈ ਕਰ ਜਾਂਦੇ ਵੀ ਸਾਡੀ ਹਾਈ ਕਮਾਂਡ ਜਿਹੜੀ ਆ ਉਹ ਕੀ ਕਰ ਰਹੀ ਹੈ, ਤਾਂ ਆਪਾਂ 5 ਸਾਲ ਕਈ ਵਾਰ ਸੁਸਤ ਹੋ ਕੇ ਬਹਿਨੇ, ਉਹ ਲੋੜ ਨਹੀਂ ਉਸ ਚੀਜ਼ ਦੀ, ਕਿਉਂਕਿ ਗਰਾਊਂਡ ਰਿਐਲਿਟੀ ਸਾਨੂੰ ਫੈਕਟਸ ਪਤਾ। ਠੀਕ ਹੈ, ਇਸ ਤੋਂ ਪਹਿਲਾਂ ਗੈਰੀ ਜੀ, ਇਸ ਤੋਂ ਪਹਿਲਾਂ ਕਿ ਆਪਾਂ ਭਾਜੀ ਅਮਰੀਕ ਉਹਨਾਂ ਦੇ ਵਿਚਾਰ ਸੁਣੀਏ ਤੇ ਮੈਂ ਆਪਾਂ ਨੈਕਸਟ ਟੌਪਿਕ ਤੇ ਵੀ ਜਾਣਾ। ਮੈਂ ਬਰਮਨ ਨੂੰ ਇਹਨਾਂ ਦੀ ਪਹਿਲੀ ਲੜਾਈ ਤੋਂ ਖਬਰਦਾਰ ਕਰਨਾ ਚਾਹੁੰਦਾ ਵੀ ਜਦੋਂ ਇਹ ਮਿਨਿਸਟਰ ਬਣ ਗਏ, ਇਹਨਾਂ ਦੀ ਆਪਣੀ ਪਾਰਟੀ ਨਾਲ ਪਹਿਲੀ ਲੜਾਈ ਤੇ ਇਹ ਹੋਣੀ ਹੈ, ਇਹ ਚਾਹੁੰਦੇ ਨੇ ਵੀ ਨੌਜਵਾਨਾਂ ਨੂੰ ਪੜ੍ਹਾ ਲਿਖਾ ਕੇ ਤੇ ਇੱਥੇ ਕਿਵੇਂ ਰੱਖਿਆ ਜਾਵੇ, ਜਦੋਂ ਕਿ ਇਹਨਾਂ ਦੀ ਪਾਰਟੀ ਦੀ ਪਾਲਿਸੀ ਆ ਵੀ ਉਹਨਾਂ ਨੂੰ 10-10 ਲੱਖ ਰੁਪਏ ਤੇ ਉਹਨਾਂ ਨੂੰ ਆਖੋ ਜਾਓ ਜਿੱਥੇ ਮਰਜ਼ੀ ਆ, ਤੇ ਜਦੋਂ ਬਾਹਰ ਆ ਕੇ ਪੜ੍ਹ ਜਾਣਗੇ ਨਾ, ਤੇ ਮੈਂ ਤੁਹਾਨੂੰ ਗਰੰਟੀ ਕਰਕੇ ਦੇ ਦੇਣਾ ਵੀ ਉਹ ਵਾਪਸ ਨਹੀਂ ਜਾਣਗੇ। ਭਾਵੇਂ ਤੁਸੀਂ ਉਹਨਾਂ ਨੂੰ 20 ਲੱਖ ਦਿਓ, ਭਾਵੇਂ 10 ਲੱਖ ਦਿਓ, ਤੇ ਭਾਵੇਂ 15 ਲੱਖ। ਤੁਹਾਡੇ ਵਰਗਾ ਕੋਈ ਯੋਧਾ ਹੋਵੇਗਾ ਜਿਹੜਾ ਜਾਵੇਗਾ 100 ਚੋਂ 1। ਨਹੀਂ ਫਿਰ ਵੀ ਪਹਿਲੀ ਲੜਾਈ ਤੇ ਇਸ ਵਾਸਤੇ ਤਿਆਰ ਹੋ। ਤੇ ਹੁਣ ਮੇਰੇ ਖਿਆਲ ਭਾਜੀ ਅਮਰੀਕ ਉਹਨਾਂ ਦੇ ਵਿਚਾਰ ਵੀ ਸੁਣ ਲਈਏ, ਉਸ ਤੋਂ ਬਾਅਦ ਇੱਕ ਮਿੰਟ ਮੈਂ ਬਿਫੋਰ ਆਈ ਲੈਟ ਪਰਮਜੀਤ ਗੋ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਵਧਾਈ ਦੇ ਪਾਤਰ ਹੋ, ਇਹ 'ਚ ਕੋਈ ਸ਼ੱਕ ਨਹੀਂ, ਤੁਸੀਂ ਇੰਗਲੈਂਡ ਤੋਂ ਆ ਕੇ ਜਿਹੜਾ ਇੱਥੇ ਮੈਦਾਨ ਦੇ ਵਿੱਚ ਨਿਤਰੇ ਹੋ। ਲੇਕਿਨ ਮੇਰਾ ਇੱਕ ਮੈਂ ਤੁਹਾਨੂੰ ਜਿਹੜੀ ਡਾਕਟਰ ਅੰਬੇਦਕਰ ਦੀ ਇੱਕ ਲਾਈਨ ਆ ਕਿ ਜਦੋਂ ਤੁਸੀਂ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ ਤੇ ਉਹ ਰਿਵੋਲਟ ਕਰ ਦੇਣਗੇ ਤੁਹਾਡੇ ਅਗੇਂਸਟ। ਯੈਸ, ਉਹ ਜਿਹੜਾ ਕੰਮ ਆ ਤੁਸੀਂ ਕਰ ਰਹੇ ਹੋ, ਤੇ ਮੈਂ ਤੁਹਾਨੂੰ ਵਧਾਈ ਦਿੰਦਾ ਉਹਦੇ ਲਈ। ਪਲੀਜ਼ ਉੱਥੇ ਇੰਟਰਪਟ ਹੋ ਗਈ ਸੀ। ਮੈਂ ਜੋ ਪਰਮਜੀਤ ਜੀ ਗੱਲ ਕਰਨ ਲੱਗਾ ਸੀ, ਕਿਉਂਕਿ ਮੈਨੂੰ ਪਤਾ ਜਦੋਂ ਮੈਂ ਕਹਿ ਰਿਹਾ ਸੀ ਤਾਂ ਕਿ ਬਰੀਫ ਇੰਟਰੋਡਕਸ਼ਨ ਮੈਂ ਉੱਥੇ ਵਾਪਸ ਲੈ ਕੇ ਜਾਵਾਂਗਾ, ਇਹ ਉਸ ਟਾਈਮ ਹੈ ਨਹੀਂ ਸੀ। ਜੋ ਅਕਾਲੀ ਦਲ ਨੂੰ ਮੈਂ ਕਹਿ ਰਿਹਾ ਸੀ, ਉਹ ਓਰੀਜਨਲ ਪਾਰਟੀ ਸੀਗੀ, ਉਹ ਪੰਜਾਬ ਦੇ ਇੰਟਰਸਟ ਰੇਜ਼ ਕਰਦੇ ਸੀ, ਦੋਨੋਂ ਸੀ ਫੈਡਰਲ ਰਾਈਟਸ ਦੀ ਗੱਲ ਕਰਦੇ। ਪਹਿਲਾਂ ਸੁਖਬੀਰ ਬਾਦਲ ਵੀ ਬਾਹਰੋਂ ਪੜ੍ਹ ਕੇ ਆਏ ਸੀ, ਅੱਜ ਪੰਜਾਬ ਦੇ ਵਿੱਚ ਜੋ ਪਰਸੈਪਸ਼ਨ ਹੈ, ਉਹਨਾਂ ਰੈਪੂਟੇਸ਼ਨ, ਸੁਖਬੀਰ ਬਾਦਲ ਇਜ਼ ਨੋਨ ਫॉर all the mafia, may it be sand mafia, may it be transport mafia, all mafia, he is associated with that। ਹੁਣ ਤੁਸੀਂ
ਕਲੀਅਰਲੀ ਮੈਨੂੰ ਥੋੜਾ ਜਿਹਾ ਕੁਐਸਚਨ ਨਹੀਂ, ਕਿਉਂਕਿ ਵਿੱਚ ਵੌਇਸ ਬ੍ਰੇਕ ਹੋ ਗਈ ਸੀ, ਕੁਝ ਪਤਾ ਨਹੀਂ ਹਾਂ ਲੱਗਿਆ ਚੀਮਾ ਜੀ ਤੁਹਾਡੀ ਵੌਇਸ ਨਹੀਂ ਠੀਕ ਆ ਰਹੀ ਹੈਗੀ ਭਾਜੀ ਅਮਰੀਕ ਹੁਣਾਂ ਦੀ ਇਨਪੁਟ ਰਹਿੰਦੇ ਹਾਲੇ ਦੇ ਵਿੱਚ। ਹਾਂ ਬਰੀਕ ਜੀ ਕਰਦੇ ਆ ਤੁਹਾਡੇ ਮੇਰੇ ਵੱਲੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਹੈ ਜੀ। ਬੜੇ ਸੋਹਣੇ ਤੁਸੀਂ ਵਿਚਾਰ ਦਿੱਤੇ ਸਾਰਿਆਂ ਨੇ। ਹਾਂ ਚਲੋ ਹੁਣ ਤਾਂ ਚਲੇ ਗਏ ਆਪਣੇ ਪਰਮਜੀਤ ਸਿੰਘ ਹੋਰੀ। ਹਾਂਜੀ ਹਾਂਜੀ ਮੇਰਾ ਵੀ ਇਹਨਾਂ ਨੂੰ ਅਸਲ 'ਚ ਚੀਮਾ ਸਾਹਿਬ ਵਾਲਾ ਕੁਐਸਚਨ ਹੋਣਾ ਸੀ। ਅਸਲ 'ਚ ਮੈਂ ਇਹਨਾਂ ਦੀ ਗੱਲ ਸਮਝ ਗਿਆ ਕਿ ਇਹ ਕੀ ਕਹਿਣਾ ਚਾਹੁੰਦਾ ਸੀ ਕਿ ਪਰਮਜੀਤ ਜੀ ਤੁਸੀਂ ਅਕਾਲੀ ਦਲ ਨੂੰ ਜੁਆਇਨ ਕੀਤਾ ਤੇ ਤੁਸੀਂ ਕਿਹਾ ਵੀ ਆਹ ਚੀਜ਼ਾਂ ਲਿਆਵਾਂਗੇ, ਤੁਹਾਨੂੰ ਅਕਾਲੀ ਦਲ ਦੇ ਵਿੱਚ ਕੀ ਦਿਸਿਆ ਕਿ ਤੁਸੀਂ ਉਹਨਾਂ ਨੂੰ ਜਾ ਕੇ ਸੁਧਾਰ ਲਓਗੇ? Why did you join ਅਕਾਲੀ ਦਲ? ਕੀ ਤੁਹਾਨੂੰ ਲੱਗਦਾ ਕਿ ਤੁਸੀਂ ਅਕਾਲੀ ਦਲ ਨੂੰ ਸੁਧਾਰ ਲਓਗੇ? ਇਹਨਾਂ ਨੇ ਤਾਂ ਸੁਖਬੀਰ ਬਾਦਲ ਦਾ ਵੀ ਨਾਂ ਲੈ ਦਿੱਤਾ। ਕੋਈ ਨਹੀਂ, ਹਾਂ ਚਲੋ ਸਵਾਲ ਇਹਨਾਂ ਦਾ ਬੜਾ ਬਿਹਤਰੀਨ ਸੀਗਾ, ਸੁਖਬੀਰ ਬਾਦਲ ਹੀ ਆ। ਸੋ ਇਸ ਕਰਕੇ ਜਿਵੇਂ ਹੁਣ ਦੇਖੋ ਕਾਂਗਰਸ ਦੇ ਵਿੱਚ ਨਵਜੋਤ ਸਿੱਧੂ ਆਪਣੀ ਸੈਂਟਰਲ ਜਿਹੜੀ ਸੁਪਰੀਮ ਪਾਰਟੀ ਉਹਦੇ ਨਾਲ ਫਾਈਟ ਕਰ ਰਿਹਾ ਕਿ ਮੈਂ ਆਹ ਮਸਲੇ ਲੈ ਕੇ ਆਉਣੇ ਆ। ਯੈਸ, ਉਹ ਕਹਿੰਦਾ ਮੈਨੂੰ ਆਹ ਇਸ਼ੂਜ਼ ਪਿਆਰੇ ਆ, ਆਈ ਵਾਂਟ ਟੂ ਬ੍ਰਿੰਗ them। ਉਹਦਾ ਕੋਈ ਅਕਸਰ ਨੂੰ ਉਹਦਾ ਕੋਈ ਖਿਆਲ ਤਾਂ ਹੈ, ਉਹਦਾ ਵਿਜ਼ਨ ਹੈ ਕੋਈ। ਮੈਨੂੰ ਇਹਨਾਂ ਦੇ ਕੋਲੋਂ ਇਹ ਨਹੀਂ ਹਾਲੇ ਜ਼ਾਹਰ ਹੋਇਆ ਕਿ ਇਹਨਾਂ ਦਾ ਵਿਜ਼ਨ ਕੀ ਆ। ਕਿ ਇਹ ਤਾਂ ਵਿਜ਼ਨ ਅਚੀਵ ਕਰਨ ਵਾਲਾ ਵੀ ਮੈਨੂੰ ਨਹੀਂ ਲੱਗਦਾ, ਕਿਉਂਕਿ ਅਕਾਲੀ ਦਲ ਨੂੰ ਚੇਂਜ ਕਰਨਾ ਤਾਂ ਕਿਉਂ ਤੁਹਾਡਾ ਕੁਐਸਚਨ ਠੀਕ ਹੈ, ਵਾਈ ਜੁਆਇਨਡ ਅਕਾਲੀ ਦਲ, ਦੈਟ ਇਜ਼ yeah why he joined the it's impossible. So thank you very much and I hope ਕਿਉਂਕਿ ਜਿੰਨਾ ਚਿਰ ਤੁਹਾਡਾ ਆਪਣਾ ਵਿਜ਼ਨ ਨਹੀਂ, ਤੁਸੀਂ ਪਾਰਟੀ ਵਿੱਚ ਜਾ ਕੇ ਕੰਟਰੀਬਿਊਸ਼ਨ ਕੀ ਕਰੋਗੇ? ਵਿਜਨ ਅਮਰੀਕ ਜੀ ਉਹਨਾਂ ਨੇ ਥੋੜਾ ਜਿਹਾ ਦੱਸਿਆ ਸੀ ਆਪਣਾ ਕਿ ਮੈਂ ਚਾਹੁੰਦਾ ਹਾਂ ਵੀ ਨੌਜਵਾਨ ਜਿਹੜੇ ਆ ਨਾ ਉਹਨਾਂ ਦੀ ਪੜ੍ਹਾਈ ਲਿਖਾਈ ਇੱਥੇ ਵਧੀਆ ਹੋਵੇ, ਇੱਥੇ ਜਿਹੜਾ ਉਹਨਾਂ ਨੂੰ ਜੌਬਸ ਮਿਲਣ, ਇੱਥੇ ਉਹ ਰਹਿਣ। ਤੇ ਜਦੋਂ ਕਿ ਇਹਨਾਂ ਦੀ ਪਾਰਟੀ ਦੀ ਪਾਲਿਸੀ ਇਹ ਹੈ ਵੀ 10-10 ਲੱਖ ਉਹਨਾਂ ਨੂੰ ਦਿਓ, ਬਾਹਰ ਦਿਓ ਤੇ ਬਾਹਰ ਭੇਜੋ। ਹੁਣ ਇਹਨਾਂ ਦਾ ਵਿਜ਼ਨ ਤੇ ਪਹਿਲਾ ਜਿਹੜਾ ਵਿਜ਼ਨ ਆ ਉਹ ਪਾਰਟੀ ਨਾਲ ਟਕਰਾ ਗਿਆ। ਪਿਸ਼ੌਰਾ ਜੀ ਦੇਖੋ, ਤੁਸੀਂ ਸੈਮੀਨਾਰ I totally agree, totally agree. ਪਿਸ਼ੌਰਾ ਜੀ ਜਿਹੜੇ ਸੈਮੀਨਾਰ ਆਪਣੇ ਹੁੰਦੇ ਨਾ, ਉਹਦਾ ਆਬਜੈਕਟ ਕੀ ਹੈ ਕਿ ਜੇ ਬੰਦਾ ਕੋਈ ਪਾਰਟੀ ਵਿੱਚ ਉਹਨੂੰ ਵਿਚਾਰ ਤਾਂ ਦਿਓ। ਨਾ ਆਪਾਂ ਉਹਨੂੰ ਵਿਚਾਰ ਦੇ ਰਹੇ, ਆਪਾਂ ਵਿਚਾਰ ਵਿਚਾਰ ਦਾ ਬੜਾ ਤਗੜਾ ਸਵਾਲ ਸੀ, ਪਰ ਅਨਫੋਰਚੂਨੇਟਲੀ ਨਾ